ਵਾਹਿਗੁਰੂ ਜੀ ਕਾ खालसा वाहिगुरु जी की फ़तेह। ग्लोबल मिडास फाउंडेशन और साडा खिड़दा पंजाब न्यूज़ चैनल की तरफ से आज हम आपकी खास मुलाकात करवाने जा रहे हैं सिख लीडरशिप में जसविंदर कौर माही जी, जो RWA की प्रेसिडेंट हैं। आइए जानते हैं उन्हीं से। सत श्री अकाल मैम, आप अपने बारे में बताइए जनता को। ਪਹਿਲੇ ਤੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਬਹੁਤ ਖੁਸ਼ ਹਾਂ ਕਿ ਤੁਹਾਡੇ ਮਾਧਿਅਮ ਤੋਂ ਅੱਜ ਮੈਨੂੰ ਆਪਣੀ ਗੱਲ ਰੱਖਣ ਦਾ ਮੌਕਾ ਮਿਲਿਆ ਹੈ। ਮੈਂ ਇੱਥੇ ਚਾਂਦਨਗਰ RWA ਦੀ ਪ੍ਰੈਜ਼ੀਡੈਂਟ ਹਾਂ ਔਰ ਇਸ ਤੋਂ ਇਲਾਵਾ ਵੀ ਮੇਰੇ ਕੋਲ ਦਿੱਲੀ ਸਟੇਟ ਤੋਂ 2 ਪੋਸਟ ਨੇ। ਯੂਨਾਈਟਿਡ ਫੈਡਰੇਸ਼ਨ ਆਫ ਸੋਸ਼ਲ ਰਿਫਾਰਮਰਸ ਤੋਂ ਮੈਂ ਦਿੱਲੀ ਸਟੇਟ ਦੀ ਪ੍ਰੈਜ਼ੀਡੈਂਟ ਹਾਂ ਅਤੇ ਇਸ ਤੋਂ ਇਲਾਵਾ ਰਾਮਗੜੀਆ ਬੋਰਡ ਤੋਂ ਮੈਂ ਜਨਰਲ ਸੈਕਟਰੀ ਵੀ ਹਾਂ। ਮੈਮ ਜਿਵੇਂ ਗੱਲ ਕਰੀਏ ਤੁਹਾਡੇ ਏਰੀਆ ਦੀ, ਜਿਵੇਂ ਤੁਸੀਂ ਚਾਂਦਨਗਰ ਦੀ ਪ੍ਰੈਜ਼ੀਡੈਂਟ ਵੀ ਹੋ ਔਰ ਰਾਮਗੜੀਆ ਹਿਸਟਰੀ ਵਿੰਗ ਦੀ ਪ੍ਰੈਜ਼ੀਡੈਂਟ ਵੀ ਹੋ, ਪ੍ਰੈਜ਼ੀਡੈਂਟ ਹੋ, ਮਤਲਬ ਤੁਸੀਂ ਕਿਵੇਂ ਸੰਭਾਲਦੇ ਹੋ, ਕਿਵੇਂ ਲੋਕਾਂ ਦੀਆਂ ਸਮੱਸਿਆ ਨੂੰ ਉਹਨਾਂ ਦੀ ਪ੍ਰੋਬਲਮਸ ਨੂੰ ਦੂਰ ਕਰਦੇ ਹੋ, ਕਿਸ ਤਰੀਕੇ ਨਾਲ? ਐਕਚੁਅਲੀ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਸ਼ੁਰੂ ਤੋਂ ਹੀ ਮੈਨੂੰ ਤਕਰੀਬਨ 6-7 ਸਾਲ ਤੋਂ ਮੈਂ ਆਪਣੇ ਏਰੀਆ ਦੇ ਵਿੱਚ ਗਰਾਊਂਡ ਲੈਵਲ ਤੋਂ ਕੰਮ ਕਰ ਰਹੀ ਸੀ। ਮਤਲਬ ਪਹਿਲੇ ਅਟੈਚ ਸੀ ਪੋਲੀਟੀਕਲ ਪਾਰਟੀ ਦੇ ਨਾਲ ਵੀ, ਲੇਕਿਨ ਕਿਸੇ ਕਾਰਨਵਸ਼ ਜਦੋਂ ਮੈਨੂੰ ਇਸ ਤਰ੍ਹਾਂ ਦਾ ਅਹਿਸਾਸ ਹੋ ਗਿਆ ਕਿ ਮੈਂ ਇਸ ਤਰ੍ਹਾਂ ਸੋਸ਼ਲ ਨਹੀਂ ਹੋ ਸਕਦੀ ਜ਼ਿਆਦਾ, ਕਿਉਂਕਿ ਦੇਖੋ ਪਾਰਟੀ ਦਾ ਇਨਫਲੂਐਂਸ ਰਹਿੰਦਾ ਹੀ ਹੈ ਜੀ। ਫਿਰ ਮੈਨੂੰ ਪਾਰਟੀ ਛੋੜ ਕੇ ਐਜ਼ ਅ ਸੋਸ਼ਲ ਵਰਕ ਕੰਮ ਮੈਂ ਕਰਨਾ ਸਟਾਰਟ ਕੀਤਾ ਔਰ ਜਦੋਂ ਗਰਾਊਂਡ ਲੈਵਲ 'ਤੇ ਮੈਂ ਲੋਕਾਂ ਨਾਲ ਮਿਲਣਾ ਸ਼ੁਰੂ ਕੀਤਾ ਅਤੇ ਮੈਨੂੰ ਉਹਨਾਂ ਦੀਆਂ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਸਾਹਮਣੇ ਫੇਸ ਹੋਈਆਂ ਕਿ ਜਿਹੜੀਆਂ ਅਸੀਂ ਸੋਚ ਵੀ ਨਹੀਂ ਸਕਦੇ ਔਰ ਕਿਤੇ ਨਾ ਕਿਤੇ ਉਹ ਪ੍ਰੋਬਲਮਸ ਦੇ ਕੋਈ ਸੋਲਿਊਸ਼ਨ ਨਿਕਲ ਹੀ ਨਹੀਂ ਪਾ ਰਹੇ ਸੀ। ਅਤੇ ਮੈਂ ਉਹੀ ਉਹਨਾਂ ਦੀ ਪ੍ਰੋਬਲਮਸ ਨੂੰ ਆਪਣੇ ਇੱਥੇ ਆਫਿਸ ਦੇ ਵਿੱਚ ਮਿਲ ਕੇ ਉਹਨਾਂ ਨੂੰ ਸੁਣਦੀ ਵੀ ਹਾਂ ਔਰ ਉਹਨੂੰ ਸੋਲਵ ਕਰਨ ਦੀ ਕੋਸ਼ਿਸ਼ ਵੀ ਕਰਦੀ ਹਾਂ। ਮੈਮ ਗੱਲ ਕਰੀਏ ਇੱਕ ਆਪਣੇ ਜਿਵੇਂ ਸਿੱਖ ਧਰਮ ਦੀ, ਮਤਲਬ ਜਿਵੇਂ ਸਿੱਖ ਨੌਜਵਾਨ ਹੈ ਜਾਂ ਸਿੱਖ ਪੀੜ੍ਹੀ ਹੈ, ਜਿਵੇਂ ਆਪਣੇ ਕਲਚਰ ਦੀ ਪਹਿਲੇ ਗੱਲ ਕਰਦੇ ਹਾਂ, ਜਿਵੇਂ ਤੁਹਾਡੇ ਕੋਲ ਕਈ ਐਸੇ ਲੋਕ ਆਉਂਦੇ ਜਿਵੇਂ ਹੁਣ ਸਿੱਖ ਯਾਨੀ ਕਿ ਸਿੱਖ ਫੈਮਲੀਜ਼ ਬਾਰੇ ਜਾਂ ਕੋਈ ਐਸੇ ਸੇਵਾਦਾਰਾਂ ਦੀ ਜਿਵੇਂ ਅੱਜ ਕੱਲ੍ਹ ਦੀ ਪ੍ਰੋਬਲਮ ਹੈ ਕਿ ਕਮੇਟੀ ਵੱਲੋਂ ਉਹਨਾਂ ਨੂੰ ਅਨਾਊਂਸ ਕੀਤਾ ਵਾ। ਐਜੂਕੇਸ਼ਨ ਦੀ ਗੱਲ ਕਰੀਏ ਅਤੇ ਤੁਹਾਡੇ ਕੋਲ ਕੁਛ ਇਵੇਂ ਦੇ ਮਸਲੇ ਆਉਂਦੇ ਹੈ ਕਿ ਜੋ ਸਿੱਖ ਪਰਿਵਾਰ ਹੈ, ਜੋ ਬੱਚੇ ਆਪਣੇ ਜਿਹੜੇ ਵੀ ਫੈਮਲੀਜ਼ ਜੋ ਮੈਂਬਰਸ ਆਪਣੇ ਬੱਚਿਆਂ ਨੂੰ ਨਹੀਂ ਪੜ੍ਹਾ ਸਕਦੇ ਜਾਂ ਕੋਈ ਕਾਰਨਵਸ਼ ਉਹਨਾਂ ਕੋਲ ਕੰਮ ਕਾਰ ਨਹੀਂ ਹੈ, ਕੋਈ ਇਵੇਂ ਦੇ ਤੁਹਾਡੇ ਕੋਲ ਮੁੱਦੇ ਆਉਂਦੇ ਜੋ ਦਿੱਲੀ ਕਮੇਟੀ ਗੁਰਦੁਆਰਾ ਕਮੇਟੀ ਨਹੀਂ ਕਰ ਪਾ ਰਹੀ ਔਰ ਤੁਸੀਂ ਉਹਨਾਂ ਦੇ ਮਸਲਿਆਂ ਨੂੰ ਹੱਲ ਕੀਤਾ ਹੋਵੇ? ਐਕਚੁਅਲੀ ਜਦੋਂ ਅਸੀਂ ਮੈਂ ਵੀ ਪਰਸਨਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਜਿੰਨੇ ਵੀ ਮੈਂਬਰਸ ਹੈਗੇ ਆ, ਮਾਣਯੋਗ ਮੈਂਬਰਸ ਮੈਂ ਕਹਾਂਗੀ, ਉਹਨਾਂ ਨੂੰ ਮੈਂ ਫੋਲੋ ਕੀਤਾ ਹੋਇਆ ਔਰ ਜਦੋਂ ਮੈਂ ਦੇਖਦੀ ਹਾਂ ਕਿ ਉਹ ਕਮਿਊਨਿਟੀ ਵਾਸਤੇ ਇੰਨਾ ਕੁਝ ਕਰ ਰਿਹਾ ਅਤੇ ਕਿਤੇ ਨਾ ਕਿਤੇ ਬਹੁਤ ਸਾਨੂੰ ਖੁਸ਼ੀ ਹੁੰਦੀ ਹੈ ਕਿ ਸਾਡੀ ਕਮਿਊਨਿਟੀ ਵਾਸਤੇ ਉੱਥੋਂ ਇੰਨਾ ਸਾਰਾ ਔਰ ਸਾਡੇ ਧਰਮ ਵਾਸਤੇ ਵੀ ਇੰਨਾ ਪ੍ਰਚਾਰ ਪ੍ਰਸਾਰ ਹੋ ਰਿਹਾ। ਲੇਕਿਨ ਗਰਾਊਂਡ ਲੈਵਲ 'ਤੇ ਉਹਦੀ ਕੀ ਹਕੀਕਤ ਹੈ ਅਗਰ ਤੁਹਾਨੂੰ ਪਤਾ ਚੱਲੇ ਨਾ, ਅਤੇ ਮੈਂ ਉਹਨਾਂ ਨੂੰ ਵੀ ਤੁਹਾਡੇ ਦੇਖੋ ਚੈਨਲ ਦੇ ਮਾਧਿਅਮ ਨਾਲ ਕਹਿਣਾ ਚਾਹਾਂਗੀ ਕਿ ਉਹ ਗਰਾਊਂਡ ਲੈਵਲ 'ਤੇ ਉਹ ਪਹੁੰਚ ਪਾ ਰਿਹਾ ਕਿ ਨਹੀਂ ਪਹੁੰਚ ਪਾ ਰਿਹਾ, ਇਹ ਵੀ ਉਹਨਾਂ ਦੀ ਜ਼ਿੰਮੇਵਾਰੀ ਹੈ। ਕਿਉਂਕਿ ਜਿੱਥੋਂ ਤੱਕ ਮੇਰਾ ਐਕਸਪੀਰੀਅੰਸ ਹੈ ਔਰ ਮੈਂ ਲੋਕਾਂ ਨਾਲ ਮਿਲਦੀ ਹਾਂ, ਉਹ ਗਰਾਊਂਡ ਲੈਵਲ ਤੱਕ ਚੀਜ਼ਾਂ ਪਹੁੰਚਦੀਆਂ ਹੀ ਨਹੀਂ ਹੈ। ਮਤਲਬ ਹਰ ਏਰੀਆ ਦੇ ਵਿੱਚ ਤੁਹਾਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੁਣੇ ਹੋਏ ਮੈਂਬਰਸ ਵੀ ਮਿਲ ਜਾਣਗੇ, ਲੇਕਿਨ ਉਹ ਇਹ ਗੱਲ ਜ਼ਰੂਰੀ ਨਹੀਂ ਹੈ ਕਿ ਉਹ ਫੈਸਿਲਿਟੀਜ਼ ਜਿਹੜੀਆਂ ਉੱਥੇ ਦੀਆਂ ਉਹ ਗਰਾਊਂਡ ਲੈਵਲ ਤੱਕ ਪਹੁੰਚ ਵੀ ਰਹੀਆਂ, ਲੋਕਾਂ ਤੱਕ ਪਹੁੰਚ ਵੀ ਰਹੀਆਂ। ਮਤਲਬ ਬਹੁਤ ਅੱਛੇ ਉਹ ਧਰਮ ਪ੍ਰਚਾਰ ਵਾਸਤੇ ਵੀ ਕੰਮ ਕਰ ਰਹੇ, ਲੇਕਿਨ ਸਾਡੇ ਇੱਥੇ ਗਰਾਊਂਡ ਲੈਵਲ 'ਤੇ ਕੁਛ ਨਹੀਂ ਹੋ ਰਿਹਾ। ਇਹ ਮੈਨੂੰ ਕਹਿੰਦੇ ਹੋਏ ਮਤਲਬ ਬਹੁਤ ਸ਼ਰਮ ਵੀ ਮਹਿਸੂਸ ਹੁੰਦੀ ਹੈ ਔਰ ਦੁੱਖ ਵੀ ਹੁੰਦਾ। ਗੱਲ ਕਰੀਏ ਅਸੀਂ ਸੇਵਾਦਾਰਾਂ ਦੀ, ਜਿਵੇਂ ਗੁਰਦੁਆਰੇ ਦੇ ਸੇਵਾਦਾਰਾਂ ਦੀ ਸੈਲਰੀਆਂ ਬਹੁਤ ਥੋੜ੍ਹੀਆਂ ਔਰ ਉਹ ਆਪਣੇ ਬੱਚਿਆਂ ਨੂੰ GHPS ਦੇ ਸਕੂਲਾਂ 'ਚ ਪੜ੍ਹਾਉਣਾ ਚਾਹੁੰਦੇ ਹੈ ਅਤੇ ਮੀਨਸ ਕਿ ਪੜ੍ਹਾਉਣਾ ਤਾਂ ਚਾਹੁੰਦੇ ਆ ਪਰ ਉਹ ਪੜ੍ਹਾ ਨਹੀਂ ਪਾਉਂਦੇ। ਪਰ ਗੁਰਦੁਆਰਾ ਕਮੇਟੀ ਦਾ ਕਹਿਣਾ ਕਿ ਅਸੀਂ ਗੁਰਦੁਆਰੇ ਦੇ ਸੇਵਾਦਾਰਾਂ ਵਾਸਤੇ ਇੱਕ ਕੋਟਾ ਰੱਖਿਆ ਹੋਇਆ ਹੈ ਵੀ ਤੁਹਾਡੇ ਕੋਲ ਇਵੇਂ ਦੀ ਤੁਸੀਂ ਸਹਿਮਤ ਹੋ ਕੇ ਰੱਖਿਆ ਹੋਇਆ ਕਿ ਜੋ ਸੇਵਾਦਾਰ ਹੈ ਉਹ ਤੁਹਾਡੇ ਕੋਲ ਇਵੇਂ ਦੇ ਆਉਂਦੇ ਆ? ਕੋਈ ਪ੍ਰੋਬਲਮਸ ਆਈਆਂ ਇਵੇਂ ਦੀ ਅੱਜ ਤੱਕ ਤੁਹਾਡੇ ਕੋਲ? ਦੇਖੋ ਮੇਰੇ ਕੋਲ ਕਿਉਂ ਨਹੀਂ ਆਉਣਗੀਆਂ ਪ੍ਰੋਬਲਮ, ਕਿਉਂਕਿ ਇਸ ਟਾਈਮ ਮੈਂ ਦਿੱਲੀ ਸਟੇਟ ਤੋਂ 2 ਪੋਸਟਾਂ ਲੈ ਕੇ ਬੈਠੀ ਹੋਈ ਹਾਂ ਔਰ ਆਪਣੇ ਏਰੀਆ ਦੇ ਹੀ ਅਗਰ ਮੈਂ ਸਿਰਫ ਛੋਟੀ ਜਿਹੀ ਗੱਲ ਕਰਾਂ ਆਪਣੇ ਏਰੀਆ ਦੀ, ਅਤੇ ਆਪਣੇ ਏਰੀਆ ਦੇ ਵਿੱਚ ਸਾਡੇ ਕਿੰਨੇ ਗੁਰਦੁਆਰੇ ਕਿ ਮੈਂ ਉਹਨਾਂ ਦੇ ਨਾਲ ਟੱਚ 'ਚ ਨਹੀਂ ਹਾਂ। ਬਿਲਕੁਲ। ਜਾਂ ਲੋਕ ਮੇਰੇ ਬਾਰੇ 'ਚ ਜਾਣਦੇ ਤਾਂ ਉਹ ਸਪੈਸ਼ਲੀ ਮੇਰੇ ਨਾਲ ਮਿਲਣ ਆਉਂਦਾ ਹੈ। ਮਤਲਬ ਹੁਣ ਮੈਂ ਖੁਦ ਆਪਣੇ ਬਿਹਾਫ 'ਤੇ ਇੱਥੇ ਰਾਸ਼ਨ ਦੇ ਮਤਲਬ ਡਾਇਰੀਜ਼ ਉੱਥੋਂ ਮੰਗਵਾਈ ਹੈ ਗੁਰਦੁਆਰਾ ਪਰ ਮਤਲਬ ਕਿਉਂ ਨਹੀਂ ਮੈਂਬਰਸ ਉਹ ਕੰਮ ਕਰ ਰਹੇ, ਉਹ ਮੈਨੂੰ ਕਰਨਾ ਪੈ ਰਿਹਾ। ਮਤਲਬ ਮੈਂ ਇੱਥੇ ਰਾਸ਼ਨ ਦੀਆਂ ਜਿਹੜੀਆਂ ਸਕ੍ਰਿਪਟਸ ਵਗੈਰਾ ਸੀ ਜਾਂ ਲਿਸਟਾਂ ਵਗੈਰਾ ਉਹ ਮੰਗਵਾ ਕੇ ਮੈਂ ਉਹਨਾਂ ਨੂੰ ਲਿਸਟਾਂ ਭੇਜ ਰਹੀ ਹਾਂ, ਕਿਉਂ ਮੈਨੂੰ ਇਹ ਵਿੱਚ ਪੈ ਕੇ ਇੱਕ ਨਵਾਂ ਜਿਸ ਤਰ੍ਹਾਂ ਪਲੇਟਫਾਰਮ ਬਣਾਉਣਾ ਪੈ ਰਿਹਾ। ਇੱਥੇ ਡਾਇਰੈਕਟ ਕੰਮ ਉਹਨਾਂ ਦੇ ਨਾਲ ਹੋਣਾ ਚਾਹੀਦਾ ਸੀ ਨਾ, ਉਹਨਾਂ ਦੇ ਆਫਿਸ ਕਿੱਥੇ ਆ, ਉਹ ਕਿਉਂ ਨਹੀਂ ਉਹਨਾਂ ਨੂੰ ਮਿਲ ਰਹੇ ਜਾਂ ਉਹਨਾਂ ਦੀ ਪ੍ਰੋਬਲਮਸ ਨੂੰ ਹੱਲ ਕਰ ਰਹੇ। ਯਾਨੀ ਤੁਹਾਡਾ ਕਹਿਣਾ ਕਿ ਜੋ ਗੁਰਦੁਆਰਾ ਕਮੇਟੀ ਹੈ ਜੋ ਰਾਸ਼ਨ ਉਹ ਪ੍ਰੋਵਾਈਡ ਕਰਵਾਉਂਦੀ ਹੈ ਸੰਗਤ ਵਾਸਤੇ, ਚਾਹੇ ਉਹ ਕੋਈ ਵੀ ਧਰਮ ਦੀ ਹੈ, ਤਾਂ ਸੰਗਤ ਅਤੇ ਉਹਨਾਂ ਦਾ ਜੋ ਕੰਮ ਹੈ ਉਹ ਤੁਸੀਂ ਉਹ ਮੈਨੂੰ ਕਰਨਾ ਪੈ ਰਿਹਾ।
ਓਕੇ ਕਿਉਂਕਿ ਜਿਹੜੇ ਮੈਂਬਰਸ ਹੈ ਮੈਨੂੰ ਕਹਿੰਦੇ ਦੁੱਖ ਹੋ ਰਿਹਾ ਬਹੁਤ ਜ਼ਿਆਦਾ ਕਿ ਉਹ ਬਿਲਕੁਲ ਗਰਾਊਂਡ ਲੈਵਲ ਤੇ ਟੱਚ 'ਚ ਹੀ ਨਹੀਂ ਹੈ ਇਹੋ ਜਿਹੇ ਲੋਕਾਂ ਨੇ। ਮਤਲਬ ਸਾਡੇ ਏਰੀਆ ਦੇ ਵਿੱਚ ਇੱਕ ਅਗਰ ਮੈਂਬਰ ਕੰਮ ਕਰਦਾ ਤੇ ਉਹਨੂੰ ਕਿੰਨੇ ਪਰਿਵਾਰ ਦੇਖੋ ਮਿਲਦਾ ਹੈ, ਮੁਸ਼ਕਿਲ ਨਾ 10,000 ਵੀ ਨਹੀਂ ਹੈ। ਤੇ ਕੀ ਉਹ ਉਹਨਾਂ ਦੇ ਪਰਿਵਾਰਾਂ ਦੇ ਨਾਲ ਟੱਚ ਦੇ ਵਿੱਚ ਨਹੀਂ ਰਹਿ ਸਕਦੇ ਆ ਨਾ ਅਗਰ ਉਹ ਕਰਨਾ ਚਾਹੁੰਦੇ ਤੇ। ਮਤਲਬ ਮੀਟਿੰਗਸ, ਫਾਲਤੂ ਦੀ ਮੀਟਿੰਗਸ ਤੋਂ ਇਲਾਵਾ ਉਹ ਇਸ ਤਰੀਕੇ ਨਾਲ ਜਾ ਕੇ ਇਹੋ ਜਿਹੇ ਪਰਿਵਾਰਾਂ ਨੂੰ ਮਿਲਣ, ਮੇਰਾ ਇਹ ਕਹਿਣਾ ਹੈ, ਔਰ ਜਾ ਕੇ ਫੇਸ ਟੂ ਫੇਸ ਉਹਨਾਂ ਦੇ ਨਾਲ ਉਹਨਾਂ ਦੀ ਪ੍ਰੋਬਲਮਸ ਦੇ ਬਾਰੇ ਗੱਲ ਕਰਨ। ਕਿਉਂਕਿ ਦੇਖੋ ਪੂਰੀ 2% ਜਿਹੜੀ ਸਿੱਖ ਪਰਿਵਾਰ ਹੈਗਾ ਸਾਰੇ ਦੇ ਸਾਰੇ ਤੇ ਇਹੋ ਜਿਹੇ ਨਹੀਂ ਕਿ ਜਿਨ੍ਹਾਂ ਨੂੰ ਮਦਦ ਦੀ ਲੋੜ ਹੈ। ਇਹ ਤੁਸੀਂ ਐਗਰੀ ਕਰੋਗੇ ਕਿ ਸਿੱਖ ਪਰਿਵਾਰ ਮੈਕਸਿਮਮ ਇਹੋ ਜਿਹੇ ਹੈ ਜੋ ਆਪਣਾ ਮਤਲਬ ਖੁਦ ਸਾਰਾ ਜ਼ਿੰਮਾ ਚੁੱਕ ਲੈਂਦਾ ਹੈ ਔਰ ਅੱਛੇ ਮਤਲਬ ਇੱਕ ਸਟੈਂਡ ਉਹਨਾਂ ਦੇ ਹੈਗੇ ਹੈ। ਲੇਕਿਨ ਬਹੁਤ ਘੱਟ ਇਹੋ ਜਿਹੇ ਪਰਿਵਾਰ ਹੈਗੇ ਜਿਨ੍ਹਾਂ ਨੂੰ ਮਦਦ ਦੀ ਲੋੜ ਹੈ। ਤੇ ਕਿਉਂ ਅਸੀਂ ਉਹਨਾਂ ਦੀ ਬਾਂਹ ਨਹੀਂ ਫੜ ਰਹੇ? ਗੱਲ ਕਰੀਏ ਐਜੂਕੇਸ਼ਨ ਬਾਰੇ, ਹੁਣ ਜਿਵੇਂ ਦਿੱਲੀ ਗੁਰਦੁਆਰਾ ਕਮੇਟੀ ਨੂੰ ਤੁਹਾਨੂੰ ਨਹੀਂ ਲੱਗਦਾ ਜਿੰਨੇ ਵੀ GHP ਸਕੂਲ ਹੈ ਉਹਨਾਂ ਵਿੱਚ ਬੱਚਿਆਂ ਨੂੰ, ਜਾਂ ਜਿਵੇਂ 84 ਦੇ ਕਹਿ ਲਓ 84 ਦੇ ਜਿਹੜੇ ਵਿਕਟਿਮਸ ਹੈ ਜਾਂ ਜੈਨੋਸਾਈਡ ਦੇ ਫੈਮਲੀਜ਼ ਹੈ ਉਹਨਾਂ ਦੇ ਬੱਚਿਆਂ ਨੂੰ ਸੁਣਿਆ ਕਿ ਕੋਟਾ ਮਿਲਿਆ ਹੋਇਆ, ਇਹ ਗੱਲ ਸਹੀ ਹੈ? ਇਹ ਬਿਲਕੁਲ ਗਲਤ ਹੈ, ਇਹ ਬਿਲਕੁਲ ਗਲਤ ਹੈ। ਅਗਰ ਉਹਨਾਂ ਨੇ ਉਹ ਕਹਿੰਦੇ ਵੀ ਆ ਨਾ ਤੇ ਹੋ ਸਕਦਾ ਸਿਰਫ ਉਹ ਕਾਗਜ਼ਾਂ 'ਚ ਹੀ ਹੋਏ। ਕਿਉਂਕਿ ਮੇਰੇ ਟੱਚ 'ਚ ਜਦੋਂ ਤਿਲਕ ਨਗਰ ਦੇ ਲੋਕ ਆਏ ਹੈ ਨਾ, ਤਿਲਕ ਵਿਹਾਰ ਇੱਕ ਐਸੀ ਕਮਿਊਨਿਟੀ ਰਹਿੰਦੀ ਹੈ ਜਿਹੜੀ ਸਾਰੀ ਉਸ ਟਾਈਪ ਦੇ 84 ਦੇ ਤੁਸੀਂ ਜਾਣਦੇ ਹੋਗੇ 84 ਦੇ ਸਾਰੇ ਪਰਿਵਾਰ ਹੈ ਉੱਥੇ। ਤੇ ਉਹਨਾਂ ਨੂੰ ਅੱਜ ਤੱਕ ਉਹਨਾਂ ਦੀਆਂ ਜ਼ਰੂਰਤਾਂ ਬਾਰੇ ਮੈਂ ਤੁਹਾਨੂੰ ਜ਼ਰੂਰ ਮੈਂ ਕਿ ਥੋੜੇ ਦਿਨ ਦੇ ਵਿੱਚ ਮੈਂ ਕਿ ਉਹਨਾਂ ਦੇ ਨਾਲ ਵੀ ਇੰਟਰਵਿਊ ਕਰਕੇ ਦੱਸਾਂਗੀ ਕਿ ਉਹਨਾਂ ਦੀ ਇਸ ਟਾਈਮ ਦੀ ਕੀ ਹਾਲਤ ਹੈ। ਉਹਨਾਂ ਦੇ ਅਜੇ ਤੱਕ ਪਰਿਵਾਰਾਂ ਨੂੰ ਕੋਈ ਰੋਜ਼ਗਾਰ ਦੀ ਸਹੂਲਤ ਨਹੀਂ ਹੈ, ਕੋਈ ਮੈਡੀਕੇਸ਼ਨ ਦੀ ਸਹੂਲਤ ਨਹੀਂ ਹੈ। ਈਵਨ ਜਿਹੜੇ ਦਿੱਲੀ ਸਰਕਾਰ ਨੇ ਵੀ ਬੋਲੇ ਸੀ ਨਾ ਕਿ ਉੱਥੇ ਬਹੁਤ ਤੁਹਾਡੇ ਬਿਜਲੀ ਦੇ ਪਾਣੀ ਦੇ ਬਿੱਲ ਮਾਫ ਹੈ, ਉਹ ਵੀ ਉਹਨਾਂ ਦੇ ਇੰਨੇ ਵੱਡੇ ਵੱਡੇ ਬਿੱਲ ਆਏ ਹੋਏ ਹੈ। ਤੇ ਤੁਸੀਂ ਐਜੂਕੇਸ਼ਨ ਦੀ ਤੇ ਗੱਲ ਹੀ ਕੀ ਕਰੋਗੇ? ਉੱਥੇ ਦਾ ਏਰੀਆ ਦਾ ਤੁਸੀਂ ਹਾਲ ਜਾ ਕੇ ਦੇਖੋਗੇ ਨਾ, ਤੁਸੀਂ ਖੁਦ ਸੋਚੋਗੇ ਕਿ ਇਹ ਕਮੇਟੀ ਨੇ ਕੀ ਕੀਤਾ ਹੈ ਜਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀ ਕੀਤਾ ਹੈ ਜਾਂ ਸਰਕਾਰਾਂ ਨੇ ਕੀ ਕੀਤਾ ਹੈ। ਜਿਵੇਂ ਗੱਲ ਕਰੀਏ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ, ਕਿ ਜਿਵੇਂ ਹਰ ਇੱਕ ਮੈਂਬਰ ਨੂੰ ਆਪਣੇ ਏਰੀਆ ਦੇ ਵਿੱਚ ਇੱਕ ਮਤਲਬ ਸਾਲ ਦਾ ਜੋ 6 ਲੱਖ ਰੁਪਏ ਅਲਾਊਟ ਹੁੰਦਾ ਬਜਟ ਜਿਹਾ, ਕਿ ਤੁਸੀਂ ਸੰਗਤ ਦੀ ਵੀ ਸੇਵਾ ਕਰ ਸਕਦੇ ਹੋ, ਉਸ ਨਾਲ ਉਹਨਾਂ ਦੀ ਕੋਈ ਹੈਲਪ ਕਰ ਸਕਦੇ ਹੋ। ਇਵੇਂ ਦੀ ਕੋਈ ਤੁਹਾਡੇ ਏਰੀਆ ਦੇ ਵਿੱਚ ਕੋਈ ਮੈਂਬਰ ਜਾਂ ਕਿਸੇ ਨੇ ਕਿਸੇ ਤਰੀਕੇ ਦੀ ਕੋਈ ਹੈਲਪ ਕੀਤੀ ਹੋਈ ਤੁਹਾਡੇ ਕੋਲ, ਕੋਈ ਇਵੇਂ ਦੀ ਕੋਈ ਪ੍ਰੋਬਲਮ ਲੈ ਕੇ ਜਾਂ ਕੋਈ ਸਮੱਸਿਆ ਲੈ ਕੇ ਆਏ ਹੋਏ ਸਾਹਮਣੇ? ਦੇਖੋ ਮੈਂ ਤੇ ਤੁਹਾਨੂੰ ਇਹ ਗੱਲ ਬਾਰ-ਬਾਰ ਕਹੀ ਜਾ ਰਹੀ ਹਾਂ ਨਾ, ਮੈਂ ਕਿਹਾ ਮੈਂ ਖੁਦ ਕਾਲਕਾ ਜੀ ਦੇ ਇੰਟਰਵਿਊਜ਼ ਦੇਖਦੀ ਹਾਂ ਔਰ ਮੈਂ ਬਹੁਤ ਖੁਸ਼ ਹੁੰਦੀ ਹਾਂ ਦੇਖ ਕੇ। ਔਰ ਜਦੋਂ ਮੈਂ ਸ਼ੁਰੂ 'ਚ ਦੇਖਦੀ ਉਦੋਂ ਮੈਂ ਇਨਫਲੂਐਂਸ ਵੀ ਹੋ ਜਾਂਦੀ ਸੀ। ਰੀਜ਼ਨ ਕਿ ਮਤਲਬ ਉਹ ਇੰਨੇ ਜ਼ਿਆਦਾ ਇੰਪ੍ਰੈਸਿਵ ਹੁੰਦੇ ਆ ਨਾ, ਲੇਕਿਨ ਉਹਨਾਂ ਦੀ ਇਹ ਜ਼ਿੰਮੇਵਾਰੀ ਵੀ ਹੈ ਕਿ ਗਰਾਊਂਡ ਲੈਵਲ ਤੱਕ ਉਹ ਚੀਜ਼ਾਂ ਪਹੁੰਚ ਵੀ ਰਹੀਆਂ ਕਿ ਨਹੀਂ ਪਹੁੰਚ ਰਹੀਆਂ। ਤੁਸੀਂ ਕੈਮਰੇ ਦੇ ਸਾਹਮਣੇ ਬਹਿ ਕੇ ਜਾਂ ਤੁਸੀਂ ਆਪਣੇ ਆਫਿਸ 'ਚ ਬਹਿ ਕੇ ਤੁਸੀਂ ਜਿੰਨੀਆਂ ਮਰਜ਼ੀ ਗੱਲਾਂ ਕਰ ਲਓ, ਜਦੋਂ ਤੱਕ ਉਹਦਾ ਗਰਾਊਂਡ ਲੈਵਲ ਤੱਕ ਪਹੁੰਚਣਾ ਨਹੀਂ ਹੋ ਪਾਉਂਦਾ ਜਾਂ ਲੋਕਾਂ ਨੂੰ ਉਹ ਚੀਜ਼ਾਂ ਮਿਲ ਨਹੀਂ ਪਾਉਂਦੀਆਂ ਤੇ ਉਹਦੀ ਵੈਲਿਊ ਦੱਸੋ ਕੀ ਹੈ? ਰਹੀ ਗੱਲ ਬਾਕੀ, ਜਿਵੇਂ ਹੁਣ ਤੁਹਾਨੂੰ ਨਹੀਂ ਲੱਗਦਾ ਕਿ ਕਮੇਟੀ ਨੂੰ ਮਿਲ ਕੇ ਜਾਂ ਤੁਹਾਡੇ ਨਾਲ ਤੁਹਾਡੀ ਸੰਸਥਾ ਨਾਲ ਜੁੜਨਾ ਚਾਹੀਦਾ ਹੈ ਤਾਂ ਕਿ ਜੋ ਲੋਕ ਹੈ, ਜੋ ਸੰਗਤ ਹੈ, ਆਮ ਜੋ ਜਨਤਾ ਹੈ, ਉਹਨਾਂ ਦੀ ਹੈਲਪ ਹੋ ਸਕੇ? ਜੀ ਹੁਣ ਮੈਂ ਤੁਹਾਨੂੰ ਆਪਣੀ ਸੰਸਥਾ ਦਾ ਜਿਹੜਾ ਕੰਮ ਹੈ ਮੈਂ ਉਹੀ ਦੱਸ ਰਹੀ ਹਾਂ ਕਿ ਸਾਨੂੰ ਇਹ ਸੰਸਥਾ ਕਿਉਂ ਬਣਾਉਣੀ ਪੈ ਰਹੀ ਹੈ। ਪਹਿਲੇ ਅਸੀਂ ਸਿਰਫ ਚਾਂਦਗੜ੍ਹ ਦੇ ਵਿੱਚ ਹੀ ਇਹ ਕੰਮ ਕਰ ਰਹੇ ਸੀ, ਲੇਕਿਨ ਹੁਣ ਜਿਸ ਤਰ੍ਹਾਂ ਹੋਰ ਵੀ ਸਾਡੇ ਤਿਲਕ ਨਗਰ ਵਿਧਾਨ ਸਭਾ ਵਾਲੇ ਵੀ ਨਾਲ ਜੁੜੇ ਹੈ, ਹਰੀਨਗਰ ਵਿਧਾਨ ਸਭਾ ਵੀ ਜੁੜ ਰਿਹਾ ਹੈ। ਮਤਲਬ ਸਾਡਾ ਪਲੇਟਫਾਰਮ ਵੱਧਦਾ ਜਾ ਰਿਹਾ ਹੈ ਕਿਉਂਕਿ ਲੋਕਾਂ ਨੂੰ ਇਹ ਕੰਮ ਕਰਨ ਦਾ ਤਰੀਕਾ ਬਹੁਤ ਪਸੰਦ ਆ ਰਿਹਾ ਹੈ। ਕਿਉਂਕਿ ਹੋ ਸਕਦਾ ਹੈ ਕਿ ਜੇ ਦੇਖੋ ਅਸੀਂ ਕਹਿ ਰਹੇ ਕਿ ਮਤਲਬ ਕਿਸੇ ਵੀ ਜਿਹੜੀ ਸਰਕਾਰ ਹੈ ਜਾਂ ਕਿਸੇ ਵੀ ਪ੍ਰਬੰਧਕ ਕਮੇਟੀ ਦੀ ਚੀਜ਼ਾਂ ਨਹੀਂ ਪਹੁੰਚ ਪਾਉਂਦੀਆਂ, ਉਹ ਵੀ ਤਾਂ ਦੇਖੋ ਸਾਡੇ ਵਰਗੇ ਇਨਸਾਨ ਹੀ ਹੈ, ਉਹਨਾਂ ਨੂੰ ਪਤਾ ਹੀ ਨਹੀਂ ਚੀਜ਼ਾਂ ਦਾ ਚੱਲ ਪਾਉਂਦਾ। ਤੇ ਉਹ ਚੀਜ਼ਾਂ ਨੂੰ ਅਸੀਂ ਸੋਲਵ ਕਰਨ ਵਾਸਤੇ ਹੀ ਇਸ ਤਰ੍ਹਾਂ ਦਾ ਪਲੇਟਫਾਰਮ ਬਣਾਇਆ ਹੈ ਜਿਹਦੇ ਵਿੱਚ ਅਸੀਂ ਮੈਂਬਰਸ ਨੂੰ ਖੁਦ ਜਾ ਕੇ ਮਿਲਦੇ ਹਾਂ, ਸਰਕਾਰਾਂ ਨੂੰ ਖੁਦ ਜਾ ਕੇ ਮਿਲਦੇ ਹਾਂ ਔਰ ਉਹਨਾਂ ਨੂੰ ਪ੍ਰੋਬਲਮਸ ਸ਼ੇਅਰ ਕਰਦੇ ਹਾਂ ਕਿ ਇਸ ਵੀਕ ਸਾਡੇ ਮਤਲਬ ਆਫਿਸ ਵਿੱਚ ਇਹ ਵਾਲੀ ਪ੍ਰੋਬਲਮਸ ਆਈ ਹੈ ਤੇ ਤੁਹਾਨੂੰ ਇਹ ਸੋਲਵ ਕਰਨੀਆਂ ਚਾਹੀਦੀਆਂ ਔਰ ਤੁਹਾਡੇ ਵੀ ਹੱਥ 'ਤੇ, ਔਰ ਇਹਨਾਂ ਦੇ 100% ਰਿਜ਼ਲਟ ਵੀ ਮਿਲ ਰਿਹਾ ਹੈ। ਕਿਸ ਮਤਲਬ ਜ਼ਿਆਦਾ ਸਭ ਤੋਂ ਜ਼ਿਆਦਾ ਜਿਵੇਂ ਤੁਸੀਂ ਦੱਸਿਆ ਕਿ ਤੁਹਾਡੇ ਏਰੀਆ ਦੇ ਵਿੱਚ ਜਾਂ ਕੋਈ ਔਰ ਏਰੀਆ ਵਿੱਚ ਸਭ ਤੋਂ ਜ਼ਿਆਦਾ ਪ੍ਰੋਬਲਮਸ ਲੋਕਾਂ ਨੂੰ ਕੀ ਫੇਸ ਕਰਨੀ ਪੈ ਰਹੀ ਹੈ? ਸਭ ਤੋਂ ਜ਼ਿਆਦਾ ਜਿਹੜੀ ਪ੍ਰੋਬਲਮਸ ਆ ਰਹੀ ਹੈ, ਦੇਖੋ ਸਾਨੂੰ ਉਹ ਕਹਿੰਦੇ ਕਿ ਸਾਨੂੰ ਰਾਸ਼ਨ ਦੀ ਜ਼ਰੂਰਤ ਨਹੀਂ ਹੈ। ਤੁਹਾਨੂੰ ਪਤਾ ਕਿੰਨੇ ਜ਼ਿਆਦਾ ਉਹ ਮਤਲਬ ਸਵਾਭਿਮਾਨੀ ਲੋਕ ਹੁੰਦੇ ਆ। ਹਾਂਜੀ, ਮੈਂ ਕਿਹਾ ਪੰਜਾਬੀ ਲੋਕ ਖੁਦ ਕੰਮ ਕਰਨਾ ਚਾਹੁੰਦੇ ਆ, ਉਹਨਾਂ ਦੇ ਰੋਜ਼ਗਾਰ ਦੇ ਉੱਤੇ ਗਾਜ ਗਿਰੀ ਹੋਈ ਹੈ। ਉਹਨਾਂ ਦੀਆਂ ਫੈਕਟਰੀਆਂ ਬੰਦ ਹੋ ਚੁੱਕੀਆਂ, ਉਹ ਆਪਣਾ ਕੰਮ ਕਰਦੇ ਸੀ, ਉਹਨਾਂ ਦੇ ਸਕਿੱਲਸ ਦੀ ਨਾ ਕੋਈ ਜ਼ੀਰੋ ਵੈਲਿਊ ਹੋ ਚੁੱਕੀ ਹੈ, ਮਤਲਬ ਜੋਬ ਹੈ ਨਹੀਂ ਹੈਗੇ। ਤੇ ਉਹ ਇਹੀ ਚਾਹੁੰਦੇ ਕਿ ਉਹਨਾਂ ਨੂੰ ਮਦਦ ਮਿਲੇ ਔਰ ਉਹ ਆਪਣੇ ਕੰਮ ਵਾਸਤੇ ਜਾਂ ਆਪਣੇ ਰੋਜ਼ਗਾਰ ਵਾਸਤੇ ਕੁਝ ਅੱਗੇ ਕਰ ਪਾਉਣ ਤੇ ਉਹ ਜ਼ਿਆਦਾ ਵਧੀਆ ਹੈ। ਉਹਨਾਂ ਨੂੰ ਫ੍ਰੀ ਦੇ ਰਾਸ਼ਨ ਨਹੀਂ ਚਾਹੀਦੇ। ਯਾਨੀ ਕਿ ਤੁਸੀਂ ਦਿੱਲੀ ਸਰਕਾਰ ਔਰ ਜੋ ਦਿੱਲੀ ਪ੍ਰਬੰਧਕ ਗੁਰਦੁਆਰਾ ਕਮੇਟੀ ਹੈ ਉਹਨਾਂ ਨਾਲ ਇਹ ਦਰਖਾਸਤ ਕਰਨਾ ਚਾਹੁੰਦੇ ਹੋ ਕਿ ਜੋ ਨੌਜਵਾਨ ਪੀੜ੍ਹੀ ਹੈ
ਉਹਨਾਂ ਦੀ ਜੌਬ ਪ੍ਰੋਵਾਈਡ ਕਰਵਾਈ ਜਾਏ। ਜੀ ਬਿਲਕੁਲ, ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਦੇਖੋ ਫੇਸ ਟੂ ਫੇਸ ਇਹ ਗੱਲ ਉਹਨਾਂ ਨਾਲ ਕਰਨਾ ਚਾਹੁੰਦੀ ਹਾਂ ਕਿ ਅਗਰ ਉਹ ਮੇਰਾ ਇੰਟਰਵਿਊ ਜਾਂ ਕਿਸੇ ਤਰੀਕੇ ਨਾਲ ਵੀ ਮੇਰੀ ਗੱਲ ਉਹਨਾਂ ਤੱਕ ਪਹੁੰਚਦੀ ਹੈ ਤਾਂ ਦੇਖੋ ਮੈਂ ਹੱਥ ਬੰਨ੍ਹ ਕੇ ਤੁਹਾਨੂੰ ਇਹ ਗੁਜ਼ਾਰਿਸ਼ ਕਰ ਰਹੀ ਹਾਂ ਕਿ ਉਹਨਾਂ ਨੌਜਵਾਨਾਂ ਨੂੰ ਕਿਤੇ ਤੁਹਾਡੇ ਮਤਲਬ 500 ਰੁਪਏ ਦੇ ਰਾਸ਼ਨ ਦੀ ਸਕ੍ਰਿਪਟ ਦੀ ਨਹੀਂ ਜ਼ਰੂਰਤ। ਉਹ ਆਪਣਾ ਖੁਦ ਕਮਾ ਸਕਦੇ ਹੈ, ਉਹ ਉਹਨਾਂ ਦੇ ਵਿੱਚ ਇਹ ਜਜ਼ਬਾ ਹੈ, ਉਹ ਕੰਮ ਕਰਨਾ ਚਾਹੁੰਦਾ ਹੈ। ਉਹ ਸਾਡੇ ਰਾਮ ਨਹੀਂ ਹੈ ਕਿ ਉਹ ਫਰੀ ਦਾ ਰਾਸ਼ਨ ਖਾ ਕੇ ਤੇ ਸਾਰਾ ਦਿਨ ਪਏ ਰਹਿਣਗੇ। ਉਹ ਕੰਮ ਚਾਹੁੰਦਾ ਹੈ ਤੇ ਉਹਨਾਂ ਨੂੰ ਰੋਜ਼ਗਾਰ ਪ੍ਰੋਵਾਈਡ ਕੀਤਾ ਜਾਏ, ਮਤਲਬ ਇਹ ਆਵਾਜ਼ ਉਹਨਾਂ ਦੀ ਉਠਾਈ ਜਾਏ ਅੱਗੇ। ਜਿਵੇਂ ਗੱਲ ਕਰੀਏ ਦਿੱਲੀ ਪ੍ਰਬੰਧਕ ਕਮੇਟੀ ਹੈ ਜੋ ਉਹਨਾਂ ਦੀ ਇੱਕ ਪਾਲਿਸੀ ਤੋਂ ਤੁਸੀਂ ਸੰਤੁਸ਼ਟ ਹੋ, ਹੈਲਥ ਪਾਲਿਸੀ, ਕੀ ਤੁਹਾਨੂੰ ਲੱਗਦਾ ਹੈ ਕਿ ਉਹ ਆਮ ਸੰਗਤ ਜਾਂ ਆਮ ਜੋ ਸੇਵਾਦਾਰਾਂ ਵਾਸਤੇ ਹੈ ਉਹ ਸਹੀ ਹੈ? ਤੁਸੀਂ ਉਸ ਤੋਂ ਮਤਲਬ ਕੀ ਸਮਝ ਕਿ ਗੁਰਪ੍ਰੀਤ ਜੀ ਦੇਖੋ ਗੱਲ ਉਹੀ ਆ ਜਾਂਦੀ ਹੈ ਨਾ ਕਿ ਉੱਥੇ ਉਹ ਕੀ ਕਰ ਰਿਹਾ ਹੈਗਾ, ਉੱਥੋਂ ਤੱਕ ਅਗਰ ਜਨਤਾ ਪਹੁੰਚੇਗੀ ਨਹੀਂ ਜਾਂ ਉਹ ਜਨਤਾ ਤੱਕ ਨਹੀਂ ਪਹੁੰਚਣਗੇ ਜੀ ਮਤਲਬ ਚੀਜ਼ਾਂ ਵੇਚੀ ਕਿਤੇ ਗਾਇਬ ਹੋ ਜਾਣਗੀਆਂ। ਹਾਂਜੀ, ਮਤਲਬ ਜਾਂ ਤੇ ਜਨਤਾ ਉੱਥੇ ਪਹੁੰਚੇ ਔਰ ਜਨਤਾ ਨਹੀਂ ਪਹੁੰਚ ਸਕਦੀ ਤੇ ਦੇਖੋ ਜਿਹੜਾ ਪੋਸਟ ਹੈ, ਮੇਰਾ ਤਾਂ ਇਹ ਕਹਿਣਾ ਕਿ ਜਿਹੜੇ ਪੋਸਟ ਤੇ ਲੋਕ ਉਹਨਾਂ ਨੂੰ ਪਹੁੰਚਾਉਣਾ ਚਾਹੀਦਾ ਕਿ ਸਾਡੀ ਫੈਡਰੇਸ਼ਨ ਜਾਂ ਸਾਡੀ ਕਮੇਟੀ ਜਾਂ ਸਾਡੀ ਸਰਕਾਰ ਜਾਂ ਸਾਡੇ ਮੈਨੇਜਮੈਂਟ ਕਮੇਟੀ ਕੀ ਕਰ ਰਹੀ ਹੈ। ਹੁਣ ਅਗਰ ਮੈਂ ਫੈਡਰੇਸ਼ਨ ਬਣਾ ਰਹੀ ਹਾਂ ਤੇ ਮੇਰੀ ਇਹ ਰਿਸਪੌਂਸਿਬਿਲਿਟੀ ਹੈ ਨਾ ਕਿ ਮੈਂ ਲੋਕਾਂ ਤੱਕ ਕਿਸ ਤਰ੍ਹਾਂ ਜਾ ਰਹੀ ਹਾਂ। ਰੋਜ਼ ਮੀਟਿੰਗ ਮੈਂ ਖੁਦ ਜਾ ਕੇ ਕਰ ਰਹੀ ਹਾਂ। ਮੈਂ ਇੱਥੇ ਆਫਿਸ ਦੇ ਵਿੱਚ ਘੱਟ ਲੋਕਾਂ ਨੂੰ ਬੁਲਾਉਂਦੀ ਹਾਂ, ਉਹਨਾਂ ਦੇ ਘਰ ਜਾ ਕੇ ਜਾਂ ਉਹਨਾਂ ਦੀ ਏਰੀਆ 'ਚ ਜਾ ਕੇ ਮੈਂ ਉਹਨਾਂ ਦੀ ਪ੍ਰੋਬਲਮ ਸੁਣਦੀ ਹਾਂ ਜਾ ਕੇ, ਤੇ ਇਸ ਤਰੀਕੇ ਨਾਲ ਚੀਜ਼ਾਂ ਸੋਲਵ ਹੁੰਦੀਆਂ। ਮੈਮ ਜਿਵੇਂ ਗੱਲ ਕਰੀਏ ਅਸੀਂ ਬੱਚਿਆਂ ਦੀ ਜਾਂ ਯੂਥ ਦੀ, ਖਾਸ ਕਰ ਗਰਲਸ ਦੀ, ਉਹਨਾਂ ਵਾਸਤੇ ਤੁਹਾਡੀ ਫਾਊਂਡੇਸ਼ਨ ਜੋ ਹੈ ਕੁਛ ਐਸੇ ਸਕਿੱਲ ਡਿਵੈਲਪਮੈਂਟ ਕਰ ਰਹੀ ਹੈ ਜਾਂ ਕਰਨੇ ਚਾਹੀਦੇ ਹੈ ਤੁਹਾਨੂੰ ਇਵੇਂ ਲੱਗਦਾ ਹੈ, ਜਾਂ ਸਰਕਾਰਾਂ ਨੂੰ ਜਾਂ ਕਮੇਟੀਆਂ ਨੂੰ ਜਾਂ ਤੁਹਾਡੀ ਫਾਊਂਡੇਸ਼ਨ ਰਾਹੀਂ? ਦੇਖੋ ਇਸ ਵਿੱਚ ਵੀ ਮੈਂ ਪਹਿਲੇ ਲਗਾਤਾਰ 6 ਸਾਲਾਂ ਤੋਂ ਬਹੁਤ ਕੋਸ਼ਿਸ਼ ਕੀਤੀ। ਜਦੋਂ ਮੈਨੂੰ ਕਿਤੋਂ ਕੋਈ ਮਦਦ ਜਾਂ ਕੋਈ ਆਸਰਾ ਨਹੀਂ ਦਿਖਿਆ ਨਾ, ਤੇ ਉਸ ਤੋਂ ਬਾਅਦ ਮੈਂ ਆਪਣੇ ਬਿਹਾਫ 'ਤੇ ਹੀ ਜਿੰਨਾ ਮੈਂ ਕਰ ਸਕਦੀ ਸੀ ਮੈਂ ਸਟਾਰਟ ਕੀਤਾ। ਮਤਲਬ ਅਸੀਂ ਇੱਕ ਅਕੈਡਮੀ ਸਟਾਰਟ ਕੀਤੀ ਹੋਈ ਜਿਹਦੇ ਵਿੱਚ ਅਸੀਂ ਮਤਲਬ ਪਹਿਲੇ ਅਸੀਂ ਜਦੋਂ ਸਟਾਰਟ ਕੀਤਾ ਸੀ ਨਾ ਉਹਦੇ ਵਿੱਚ ਅਸੀਂ ਸਿੱਖ ਪਰਿਵਾਰ ਦੇ ਬੱਚਿਆਂ ਨੂੰ ਫ੍ਰੀ ਦਾ ਮਤਲਬ ਲਗਾਇਆ ਸੀ ਕਿ ਅਸੀਂ ਉਹਨਾਂ ਨੂੰ ਫ੍ਰੀ ਦੇ ਵਿੱਚ ਸਕਿੱਲ ਸਿਖਾਵਾਂਗੇ। ਔਰ ਇਹ ਸਕਿੱਲ ਸੀ ਮਤਲਬ ਬਿਊਟੀ ਪਾਰਲਰ ਦਾ ਜਿਵੇਂ ਕੋਰਸ ਹੁੰਦਾ ਹੈ ਜਾਂ ਮੇਕਅਪ ਹੈ, ਉਹਦੇ 'ਚ ਮਹਿੰਦੀ ਹੈ, ਡਰਾਇੰਗ ਹੈ, ਮਤਲਬ ਬਹੁਤ ਸਾਰੀ ਚੀਜ਼ਾਂ ਸੀ। ਹੁਣ ਤੇ ਕਟਿੰਗ ਟੇਲਰਿੰਗ ਮਤਲਬ ਅਸੀਂ ਬਹੁਤ ਵੱਧ ਚੁੱਕੇ ਹਾਂ ਅੱਗੇ। ਬਹੁਤ ਸਾਰੀ ਚੀਜ਼ਾਂ ਅਸੀਂ ਛੋਟੇ ਛੋਟੇ ਕੋਰਸ ਸਿਖਾਏ ਹੋਏ ਹੈ, ਸਿਖਾਉਣੇ ਸ਼ੁਰੂ ਕੀਤੇ ਹੋਏ ਹੈ, ਜਿਹਦੇ ਵਿੱਚ ਅਸੀਂ ਗਰਲਸ ਨੂੰ ਮਤਲਬ ਸਿਖਾ ਕੇ ਤੇ ਉਹਨਾਂ ਨੂੰ ਰੋਜ਼ਗਾਰ ਦਿਲਾਉਣ ਦੀ ਕੋਸ਼ਿਸ਼ ਕਰਦੇ ਸੀ ਕਿ ਚਾਹੇ ਉਹ ਕਿਤੇ ਜੋਬ ਨਾ ਕਰਨਗੇ ਤੇ ਉਹ ਆਪਣੇ ਘਰ ਬਹਿ ਕੇ ਵੀ ਇਹਨਾਂ ਦੇ ਨਾਲ ਕੁਛ ਨਾ ਕੁਛ ਅਰਨਿੰਗ ਕਰ ਸਕਦੇ ਹੈ। ਲੇਕਿਨ ਜਦੋਂ ਸਟਾਰਟ ਦੇ ਵਿੱਚ ਸਿਰਫ ਸਿੱਖ ਪਰਿਵਾਰਾਂ ਵਾਸਤੇ ਕੀਤਾ ਤੇ ਮੇਰੇ ਕੋਲ ਹੋਰ ਵੀ ਕਮਿਊਨਿਟੀ ਦੀ ਕੁੜੀਆਂ ਆਉਣੀਆਂ ਸ਼ੁਰੂ ਹੋ ਗਈਆਂ ਤੇ ਮੇਰੇ ਕੋਲ ਹੋ ਹੀ ਨਹੀਂ ਪਾਇਆ ਕਿ ਮੈਂ ਸਿਰਫ ਸਿੱਖ ਪਰਿਵਾਰਾਂ ਵਾਸਤੇ ਕਰਾਂ। ਫਿਰ ਉਹਦੇ 'ਚ ਮੇਰੇ ਹਿੰਦੂ ਬੱਚੇ ਵੀ ਜੁੜੇ, ਫਿਰ ਉਹਦੇ 'ਚ ਮੁਸਲਿਮ ਕੁੜੀਆਂ ਵੀ ਜੁੜੀਆਂ, ਤੇ ਹੁਣ ਜਿਹੜਾ ਸਾਡਾ ਪਲੇਟਫਾਰਮ ਹੈ ਇਹ ਸਾਰਿਆਂ ਨੂੰ ਹੀ ਸਕਿੱਲ ਸਿਖਾਉਂਦਾ ਹੈ। ਹੁਣੇ ਵੀ ਭਾਰਤ ਸਰਕਾਰ ਤੋਂ ਮੈਨੂੰ ਮਤਲਬ ਨੰਬਰ 2 ਦੇ ਵਿੱਚ ਇਨਵਾਈਟ ਕੀਤਾ ਗਿਆ ਸੀ, ਮਤਲਬ ਸਕਿੱਲਸ ਦੇ ਬਾਰੇ 'ਚ ਮਤਲਬ ਮੇਰਾ ਪ੍ਰੋਗਰਾਮ ਉੱਥੇ 3 ਘੰਟੇ ਦਾ ਹੋਇਆ ਸੀ ਜਿੱਥੇ ਮੈਂ ਬੱਚਿਆਂ ਨੂੰ ਮੋਟੀਵੇਟ ਕੀਤਾ ਸੀ। ਜਿਵੇਂ ਤੁਹਾਡੇ ਕੋਲ ਕੁੜੀਆਂ, ਜਿਵੇਂ ਤੁਸੀਂ ਕਿਹਾ ਕਿ ਅਸੀਂ ਇੱਕ ਪ੍ਰੋਗਰਾਮ ਸਟਾਰਟ ਕਰਦੇ ਹਾਂ ਸਕਿੱਲ ਡਿਵੈਲਪਮੈਂਟ ਦਾ, ਤਾਂ ਉਹਦੇ ਵਿੱਚ ਤੁਸੀਂ ਉਨ ਕੁੜੀਆਂ ਨੂੰ ਰੋਜ਼ਗਾਰ ਵੀ ਦਿਵਾਉਂਦੇ ਹੋ? ਜੀ ਰੋਜ਼ਗਾਰ ਦਾ ਇਸ ਤਰ੍ਹਾਂ ਕਿ ਅਗਰ ਕਿਉਂਕਿ ਜ਼ਿਆਦਾਤਰ ਕੁੜੀਆਂ ਇਸ ਤਰ੍ਹਾਂ ਦੀ ਫੈਮਿਲੀਜ਼ 'ਚੋਂ ਆਉਂਦੀਆਂ ਕਿ ਜਾਂ ਲੇਡੀਜ਼ ਹੁੰਦੀਆਂ ਉਹਦੇ ਵਿੱਚ, ਮਤਲਬ ਸਾਰੀਆਂ ਬੱਚੀਆਂ ਨਹੀਂ ਹੈ, ਉਹਦੇ ਵਿੱਚ ਮਿਡਲ ਏਜ ਦੀ ਵੀ ਹੈ। ਹੁਣ ਜਿਵੇਂ ਤੁਹਾਨੂੰ ਪਤਾ ਕਰੋਨਾ ਤੋਂ ਬਾਅਦ ਜਦੋਂ ਆਦਮੀ ਲੋਕਾਂ ਦੇ ਕੰਮ ਖਤਮ ਹੋ ਚੁੱਕੇ ਸੀ, ਉਦੋਂ ਲੇਡੀਜ਼ ਨੂੰ ਬੜੀ ਮੁਸ਼ਕਿਲ ਹੋ ਗਈ ਸੀ ਕਿ ਪਰਿਵਾਰਾਂ ਨੂੰ ਛੱਡ ਕੇ ਜੌਬ ਕਰਨਾ ਈਜ਼ੀ ਨਹੀਂ ਸੀ, ਔਰ ਪੜ੍ਹੀਆਂ ਲਿਖੀਆਂ ਨਹੀਂ ਹੈ ਤਾਂ ਜੌਬ ਦੇਗਾ ਕੌਣ। ਔਰ ਕਰੋਨਾ 'ਚ ਵੈਸੇ ਵੀ ਜੌਬ ਤੁਹਾਨੂੰ ਪਤਾ ਬਹੁਤ ਘੱਟ ਹੋ ਗਿਆ ਸੀ, ਤੇ ਉਹਨਾਂ ਨੇ ਉਹ ਸਕਿੱਲ ਸਿੱਖ ਕੇ ਘਰੋਂ ਹੀ ਆਪਣਾ ਜਿਸ ਤਰ੍ਹਾਂ 1-2 ਘੰਟੇ ਲਗਾ ਕੇ ਕੁਛ ਫ੍ਰੀਲਾਂਸਿੰਗ ਦੇ ਵਿੱਚ ਕਰਨਾ ਸ਼ੁਰੂ ਕੀਤਾ ਜਾਂ ਘਰ ਬਹਿ ਕੇ ਕਰਨਾ ਸ਼ੁਰੂ ਕੀਤਾ। ਤੇ ਉਹਨਾਂ ਨੂੰ ਇਹ ਫਾਇਦਾ ਸਕਿੱਲਸ ਦਾ ਇਹ ਹੋਇਆ ਕਿ ਉਹ ਮਤਲਬ ਆਪਣੇ ਪਰਿਵਾਰ ਨੂੰ ਵੀ ਦੇਖ ਸਕਦੀਆਂ ਸੀ ਤੇ ਉਹਨਾਂ ਨੂੰ ਕਿਤੇ ਬਾਹਰ ਜਾਣ ਦੀ ਵੀ ਜ਼ਰੂਰਤ ਨਹੀਂ ਸੀ, ਤੇ ਥੋੜੀ ਉਹਨਾਂ ਦੀ ਅਰਨਿੰਗ ਵੀ ਸਟਾਰਟ ਹੋਈ, ਤੇ ਕਿਤੇ ਨਾ ਕਿਤੇ ਦੇਖੋ ਉਹਨਾਂ ਦੇ ਪਰਿਵਾਰਾਂ ਨੂੰ ਫਾਇਦਾ ਹੋਇਆ ਹੈ। ਇਹ ਤਾਂ ਬਹੁਤ ਅੱਛੀ ਗੱਲ ਹੈ ਕਿ ਤੁਸੀਂ ਮਤਲਬ ਜੋ ਕੁੜੀਆਂ ਉਹਨਾਂ ਨੂੰ ਰੋਜ਼ਗਾਰ ਦਿਵਾਇਆ ਤਾਂ ਕਿ ਉਹ ਘਰ ਬੈਠ ਕੇ ਵੀ ਕੰਮ ਕਰ ਸਕਣ। ਗੱਲ ਕਰੀਏ ਜਿਵੇਂ ਅੱਜ ਕੱਲ੍ਹ ਜੋ ਨੌਜਵਾਨ ਪੀੜ੍ਹੀ ਹੈ, ਹੁਣ ਜਿਵੇਂ ਸਾਡੀ ਤੁਸੀਂ ਕੋਈ ਵੀ ਲੈ ਲਓ, ਪਰ ਜੋ 1984 ਦੀ ਗੱਲ ਕਰੀਏ, ਮਤਲਬ ਉਸ ਤੋਂ ਬਾਅਦ ਯਾਨੀ ਕਿ 1984 ਦੇ ਵਿੱਚ ਜੋ ਵਿਕਟਿਮਸ ਹੈ ਅੱਜ ਵੀ ਸਰਵਾਈਵ ਕਰ ਰਹੇ, ਉਹਨਾਂ ਦੇ ਸਫਰ ਕਰ ਰਹੇ ਹੈ, ਕਿਤੇ ਨਾ ਕਿਤੇ ਉਹਨਾਂ ਕੋਲ ਰੋਜ਼ਗਾਰ ਨਹੀਂ ਹੈ, ਜੌਬਸ ਨਹੀਂ ਹੈ, ਉਹਨਾਂ ਦੇ ਬੱਚੇ ਨਸ਼ਿਆਂ ਵਿੱਚ ਚਲੇ ਗਏ ਹੈ। ਤੁਹਾਨੂੰ ਮਤਲਬ ਉਹਨਾਂ ਵਾਸਤੇ ਕੁਝ ਐਸੀ ਮਤਲਬ ਕਿ ਕੋਈ ਐਸੀ ਤੁਹਾਡੇ ਕੋਲ ਸਾਹਮਣੇ ਸਮੱਸਿਆ ਆਈ ਹੋਵੇ ਜਾਂ ਤੁਸੀਂ ਉਹਨਾਂ ਨਾਲ ਹੱਲ ਕੀਤਾ ਹੋਵੇ, ਜਾਂ ਗੌਰਮੈਂਟ ਨੂੰ ਜਾਂ ਕਮੇਟੀਆਂ ਵੱਲੋਂ ਕੋਈ ਹੈਲਪ ਐਸੀ ਮਿਲੀ ਹੋਵੇ? ਉਹ ਜਿਹੜੀ 84 ਸੀ ਨਾ, 84 ਤੇ ਚਾਹੇ ਤੁਸੀਂ ਕਹਿ ਸਕਦੇ ਹੋ ਕਿ ਇੱਕ ਵਾਰ ਹੋਈ, ਲੇਕਿਨ ਕਿਸੇ ਨੇ ਜਦੋਂ ਉਹਨਾਂ ਦੇ ਪਰਿਵਾਰਾਂ ਨਾਲ ਗੱਲ, ਕਿਉਂਕਿ ਅਸੀਂ ਖੁਦ ਇਸ 'ਤੇ 84 ਤੇ ਮੂਵੀ ਇੱਕ ਬਣਾ ਚੁੱਕੇ ਹਾਂ, ਮਤਲਬ ਮੇਰੇ ਫਰੈਂਡ ਦੇ ਨਾਲ ਮਿਲ ਕੇ ਉਹਨਾਂ ਦਾ ਚੈਨਲ ਹੈ, ਅਸੀਂ 1984 ਦੇ ਵਿਕਟਿਮਸ ਦੇ ਉੱਤੇ ਅਸੀਂ ਮੂਵੀ ਬਣਾਈ ਸੀ। ਲੇਕਿਨ ਅਸੀਂ ਉਹਦੇ 'ਚ ਇਹ ਨਹੀਂ ਦਿਖਾਇਆ ਸੀ ਕਿ ਉਹਨਾਂ ਦੇ ਨਾਲ ਕੀ ਹੋਇਆ, ਅਸੀਂ ਉਹਦੇ 'ਚ ਇਹ ਦਿਖਾਇਆ ਕਿ ਉਸ ਤੋਂ ਬਾਅਦ ਦੇ ਜਿਹੜੇ 35 ਸਾਲ ਸੀ ਉਹ ਉਹਨਾਂ ਨੇ ਕਿਸ ਤਰ੍ਹਾਂ ਗੁਜ਼ਾਰੇ। ਹੁਣ ਸੋਚੋ ਜਿਨ੍ਹਾਂ ਦੇ ਪਰਿਵਾਰਾਂ ਦੇ ਮੁਖੀਆ
ਨਹੀਂ ਰਹੇ, ਉਹ ਉਹਨਾਂ ਦੀ ਲੇਡੀਜ਼ ਨੇ, ਔਰਤਾਂ ਨੇ ਮਤਲਬ ਕਿਸ ਤਰ੍ਹਾਂ ਗੁਜ਼ਾਰਾ ਕੀਤਾ ਹੈ। ਔਰ ਬਹੁਤ ਸ਼ਰਮ ਦੀ ਗੱਲ ਹੈ ਕਿ ਉਸ ਕਲੋਨੀ ਦਾ ਨਾਮ ਅੱਜ ਤੱਕ ਵਿਧਵਾ ਕਲੋਨੀ ਬੋਲਿਆ ਜਾਂਦਾ ਹੈ। ਮਤਲਬ ਬਹੁਤ ਸ਼ਰਮ ਦੀ ਗੱਲ ਹੈ। ਅਸੀਂ ਇਹਦੀ ਵੀ ਕੋਸ਼ਿਸ਼ ਕੀਤੀ ਕਿ ਉਹਦਾ ਨਾਮ ਵਿਧਵਾ ਕਲੋਨੀ ਨਹੀਂ, ਸ਼ਹੀਦ ਕਲੋਨੀ ਜਾਂ ਕੁਝ ਹੋਰ ਕਲੋਨੀ ਨਾਮ ਰੱਖਿਆ ਜਾਏ, ਕਿਉਂਕਿ ਬਹੁਤ ਸ਼ਰਮਨਾਕ ਹੈ ਕਿ ਅਗਰ ਕਿਸੇ ਕਲੋਨੀ ਤੁਸੀਂ ਵਿਧਵਾ ਕਲੋਨੀ ਕਹਿੰਦੇ ਹੋ, ਉਹ ਅੱਜ ਤੱਕ ਮਤਲਬ ਉਹ ਵਿਧਵਾ ਕਲੋਨੀ ਦੇ ਨਾਮ ਤੋਂ ਹੀ ਜਾਣਿਆ ਜਾਂਦਾ, ਉਹਦਾ ਨਾਮ ਨਹੀਂ ਚੇਂਜ ਹੋਇਆ। ਤੇ ਦੱਸੋ ਤੁਸੀਂ ਸਰਕਾਰਾਂ ਤੋਂ ਹੋਰ ਕੀ ਉਮੀਦ ਕਰ ਸਕਦੇ ਹੋ? ਕਿਉਂਕਿ ਤੁਹਾਨੂੰ ਨਹੀਂ ਲੱਗਦਾ ਕਿ ਜਿਵੇਂ ਜਾਂ ਕੋਈ ਸਰਕਾਰ ਜਾਂ ਕੋਈ ਜਿਵੇਂ ਗੁਰਦੁਆਰਾ ਕਮੇਟੀ ਦੀ ਗੱਲ ਕਰ ਲਓ, ਦੋਨਾਂ ਨੂੰ ਮਿਲ ਕੇ ਸੰਸਥਾਵਾਂ ਨਾਲ ਤੁਹਾਡੇ ਨਾਲ ਜੁੜ ਕੇ ਅਜਿਹੀਆਂ ਸੰਸਥਾਵਾਂ ਨਾਲ ਜੁੜ ਕੇ ਉਹਨਾਂ ਜੋ ਅੱਜ ਜੋ ਵਿਡੋ ਕਲੋਨੀ ਕਹਿੰਦੇ ਤਿਲਕ ਵਿਹਾਰ ਨੂੰ, ਉਹਨਾਂ ਦੇ ਉੱਧਰ ਦੇ ਲੋਕਾਂ ਦੀਆਂ ਜੋ ਪ੍ਰੋਬਲਮਸ ਹੈ, ਉਹ ਸਮੱਸਿਆਵਾਂ ਹੈ, ਉਹਨਾਂ ਦਾ ਹੱਲ ਕਰਨਾ ਚਾਹੀਦਾ। ਐਜ਼ ਅ ਕਾਉਂਸਲਰ ਬਣ ਕੇ ਜਾਂ ਟੀਮ ਮੈਨੇਜਮੈਂਟ ਬਣ ਕੇ ਕੁਝ ਐਸਾ ਕਰਨਾ ਚਾਹੀਦਾ ਹੈ। ਦੇਖੋ, ਇਹ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਦੱਸ ਰਹੀ ਹਾਂ, ਇਹ ਮੇਰੇ ਆਪਣੇ ਐਕਸਪੀਰੀਅੰਸ ਜਿਹੜੇ ਉਹਨਾਂ ਦੇ ਨਾਲ ਰਹੇ ਹੈ। ਅੱਜ ਵੀ ਹੁਣ ਮੇਰੀ ਫੈਡਰੇਸ਼ਨ ਦੇ ਵਿੱਚ ਵੀ ਤੁਹਾਨੂੰ ਉਹਦੇ 'ਚ 2 ਯੰਗਸਟਰ ਮੁੰਡੇ ਉੱਥੋਂ ਦੇ ਮਿਲ ਜਾਣਗੇ ਜੋ ਆਪਣੀ ਫੈਮਿਲੀ ਦੀ ਗੱਲ ਦੱਸਦੇ ਆ ਕਿ ਜਿਸ ਪਰਿਵਾਰ ਦਾ ਮੁਖੀਆ ਚਲਾ ਜਾਂਦਾ ਹੈ ਨਾ, ਉਸ ਤੋਂ ਬਾਅਦ ਉਹ ਫੈਮਿਲੀ ਕਿਸ ਤਰ੍ਹਾਂ ਸਰਵਾਈਵ ਕਰਦੀ ਹੈ ਜਦੋਂ ਉਹਨੂੰ ਹੈਲਪ ਨਹੀਂ ਮਿਲਦੀ। ਉੱਥੇ ਨਸ਼ੇ ਵੀ ਚੱਲੇ, ਮਤਲਬ ਬਹੁਤ ਚੱਲੇ, ਅਸੀਂ ਉਹਦੇ ਵਾਸਤੇ ਵੀ ਆਵਾਜ਼ ਉਠਾਉਣ ਦੀ ਕੋਸ਼ਿਸ਼ ਕੀਤੀ। ਉਸ ਤੋਂ ਇਲਾਵਾ ਐਜੂਕੇਸ਼ਨ ਜ਼ੀਰੋ, ਮਤਲਬ ਕਿਤੋਂ ਉਹਨਾਂ ਨੂੰ ਕੋਈ ਹੈਲਪ ਨਹੀਂ ਮਿਲੀ। ਔਰ ਉਸ ਤੋਂ ਬਾਅਦ ਇਹ ਜਿਹੜੇ 35 ਸਾਲ ਸੀ ਨਾ, ਮਤਲਬ ਇੱਕ ਜਨਰੇਸ਼ਨ, ਉਹ ਪਹਿਲੀ ਤੇ ਜਨਰੇਸ਼ਨ ਜਿਹੜੀ ਸ਼ਹੀਦ ਹੋਈ ਸੀ, ਉਸ ਤੋਂ ਬਾਅਦ ਦੇ ਜਿਹੜੇ ਉਹਨਾਂ ਦੇ ਬੱਚੇ ਸੀ ਉਹ ਵੀ ਉਹਦੇ ਵਿੱਚ ਸਮਝ ਲਓ ਸ਼ਹਾਦਤ ਦੇ ਸ਼ਿਕਾਰ ਹੋ ਗਏ, ਕਿਉਂਕਿ ਉਹਨਾਂ ਨੂੰ ਕੋਈ ਪਲੇਟਫਾਰਮ ਹੀ ਨਹੀਂ ਮਿਲਿਆ ਅੱਗੇ ਵਧਣ ਦਾ। ਔਰ ਫਿਰ ਉਸ ਤੋਂ ਬਾਅਦ ਮਤਲਬ ਜਿਸ ਤਰ੍ਹਾਂ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਜੋ ਮਤਲਬ ਅੱਗੇ ਉਹਨਾਂ ਨੇ ਵਧਣਾ ਚਾਹੀਦਾ ਸੀ, ਜੋ ਅੱਗੇ ਕਰਕੇ ਉਹਨਾਂ ਨੇ ਮਤਲਬ ਰੋਜ਼ਗਾਰ ਉਹਨਾਂ ਨੂੰ ਮਿਲਣੇ ਚਾਹੀਦੇ ਸੀ ਜਾਂ ਉਹਨਾਂ ਦੇ ਕੰਮਕਾਰ ਵਧਣੇ ਚਾਹੀਦੇ ਸੀ, ਉਹ ਬਿਲਕੁਲ ਜ਼ੀਰੋ ਹੈਗਾ। ਮੈਂ ਕਿਹਾ ਉੱਥੇ ਜਾ ਕੇ ਉਹਨਾਂ ਨੂੰ ਜ਼ਰੂਰ ਹੈਲਪ ਕਰਨੀ ਚਾਹੀਦੀ ਹੈ। ਔਰ ਉਹਨਾਂ ਦੇ ਦਿਲ ਦੀ, ਉਹਨਾਂ ਨੂੰ ਮੈਂ ਤੁਹਾਨੂੰ ਦੱਸ ਰਹੀ ਹਾਂ ਨਾ ਕਿ ਸਾਡੀ ਕਮਿਊਨਿਟੀ, ਚਾਹੇ ਉਹ 84 ਦੇ ਦੰਗਿਆਂ ਵਾਲੀ ਕਮੇਟੀ ਹੋ, ਚਾਹੇ ਸਿੱਖ ਕਮੇਟੀ ਹੋ, ਕਿਸੇ ਨੂੰ ਵੀ ਮਤਲਬ ਫ੍ਰੀ ਦਾ ਕੁਝ ਵੀ ਨਹੀਂ ਚਾਹੀਦਾ। ਮੇਰੇ ਕੋਲ ਜਿਹੜੇ ਲੋਕ ਆਉਂਦੇ ਆ, ਹੁਣ ਅਸੀਂ ਬਜ਼ੁਰਗਾਂ ਵਾਸਤੇ ਵੀ ਦੇਖੋ ਕੰਮ ਕਰ ਰਹੇ ਹਾਂ। ਸਾਡੇ ਇੱਥੇ ਅਸੀਂ ਆਫਿਸ ਖੁਲਵਾਉਣ 'ਚ ਲੱਗੇ ਹੋਏ ਹਾਂ। ਥੋੜ੍ਹੇ ਦਿਨਾਂ 'ਚ ਇੱਥੇ ਭਾਰਤ ਸਰਕਾਰ ਵੱਲੋਂ ਆਫਿਸ ਇੱਕ ਸੀ ਜੋ ਪਿਛਲੇ 6 ਸਾਲਾਂ ਤੋਂ ਬੰਦ ਸੀ, ਉਹ ਹੁਣ ਖੁੱਲ ਰਿਹਾ। ਬਜ਼ੁਰਗ ਵੀ ਜਿਹੜੇ ਆਉਂਦੇ ਸਾਡੇ ਕੋਲ, ਇੰਨੇ ਐਂਥੋਸੀਜ਼ਮ ਉਹਨਾਂ ਦੇ ਵਿੱਚ ਹੁੰਦਾ, ਇੰਨਾ ਉਤਸ਼ਾਹ ਹੈ, ਉਹ ਵੀ ਕੰਮ ਕਰਨਾ ਚਾਹੁੰਦੇ। ਤਾਂ ਦੱਸੋ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ ਕਿ ਉਹਨਾਂ ਨੂੰ ਫ੍ਰੀ ਦੀਆਂ ਚੀਜ਼ਾਂ ਚਾਹੀਦੀਆਂ? ਉਹ ਕਹਿੰਦੇ ਤੁਸੀਂ ਸਾਡੇ ਵਾਸਤੇ ਮੈਡਮ ਕੁਝ ਕੰਮ ਦੱਸੋ, ਅਸੀਂ ਵੀ 2 ਘੰਟੇ ਕਰਾਂਗੇ। ਤੇ ਦੇਖੋ ਕਿੰਨੀ ਖੁਸ਼ੀ ਦੀ ਗੱਲ ਹੈ ਕਿ ਅਗਰ ਅਸੀਂ ਉਹਨਾਂ ਵਾਸਤੇ ਵੀ ਕੁਝ ਕਰ ਪਾਵਾਂਗੇ। ਤਾਂ ਤੁਹਾਡੇ ਕੋਲ ਜਿਵੇਂ ਸੰਗਤ ਹੈ ਜਾਂ ਜਨਤਾ ਕੋਈ ਵੀ ਜੀ ਮਤਲਬ ਆਪਣੀ ਸਮੱਸਿਆ ਲੈ ਕੇ ਤਾਂ ਆਉਂਦੀ ਹੈ, ਮਤਲਬ ਕੁਝ ਜੋ ਬਜ਼ੁਰਗ ਹੈ ਉਹਨਾਂ ਦੀ ਪੈਨਸ਼ਨਸ ਦੀ ਪ੍ਰੋਬਲਮਸ ਵੀ ਰਹਿੰਦੀ ਹੈ, ਅਤੇ ਤੁਸੀਂ ਮਤਲਬ ਕਿਵੇਂ ਉਹਨਾਂ ਦਾ ਮਤਲਬ ਉਹਨਾਂ ਨੂੰ ਉਹਨਾਂ ਦੀ ਜੋ ਪ੍ਰੋਬਲਮਸ ਚੱਲ ਰਹੀਆਂ, ਜੋ ਚਾਹੇ 84 ਦੇ ਕਹਿ ਲਓ, ਚਾਹੇ ਕਾਫੀ ਪੁਰਾਣੇ ਹੈ ਜਾਂ ਬਹੁਤ ਬਜ਼ੁਰਗ ਹੈ, ਜੋ ਹੈਲਪਫੁਲ ਹੈ, ਉਹਨਾਂ ਨੂੰ ਕਮੇਟੀਆਂ ਵੱਲੋਂ ਵੀ ਜਾਂ ਸਰਕਾਰਾਂ ਵੱਲੋਂ ਵੀ ਹੈਲਪ ਨਹੀਂ ਮਿਲਦੀ, ਅਤੇ ਤੁਸੀਂ ਉਹਨਾਂ ਨੂੰ ਉਹਨਾਂ ਦੀ ਜੋ ਉਹਨਾਂ ਦੀ ਫੈਸਿਲਿਟੀ ਹੈ ਉਹਨਾਂ ਨੂੰ ਕਿਵੇਂ ਸਹੂਲਤਾਂ ਪ੍ਰੋਵਾਈਡ ਕਰਵਾਉਂਦੇ ਹੋ? ਦੇਖੋ, ਅਸੀਂ ਤੁਹਾਨੂੰ ਆਪਣਾ ਸਿਸਟਮ ਦੱਸਦੇ ਹਾਂ ਕਿ ਜਿਵੇਂ ਸਾਡੇ ਕੋਲ ਲੋਕ ਆਉਂਦੇ ਆ ਅਤੇ ਅਸੀਂ ਮਤਲਬ ਡਾਇਰੀ ਮੇਨਟੇਨ ਕਰਦੇ ਹਾਂ, ਸਾਡੀ ਟੀਮ ਹੈ। ਅਤੇ ਅਸੀਂ ਇਹ ਟੀਮ ਵਰਕ ਹੁੰਦਾ, ਇੱਕ ਬੰਦਾ ਤੇ ਕੰਮ ਨਹੀਂ ਕਰ ਸਕਦਾ ਨਾ। ਤੇ ਜਿਸ ਤਰੀਕੇ ਨਾਲ ਸਾਡੇ ਕੋਲ ਲੋਕ ਆਉਂਦੇ ਆ, ਅਸੀਂ ਉਹਨੂੰ ਫਿਰ ਕੈਟਾਗਰਾਈਜ਼ ਕਰਦੇ ਹਾਂ ਕਿ ਸਾਡੇ ਕੋਲ ਪੈਨਸ਼ਨਸ ਦੀ ਪ੍ਰੋਬਲਮਸ ਹੈ, ਸਾਡੇ ਕੋਲ ਰੋਜ਼ਗਾਰ ਦੀ ਪ੍ਰੋਬਲਮਸ ਹੈ, ਜਾਂ ਸਾਡੇ ਕੋਲ ਐਜੂਕੇਸ਼ਨ ਦੀ ਹੈ। ਫਿਰ ਸਾਡੇ ਜਿਹੜੇ ਲੋਕ ਹੈ ਟੀਮ ਦੇ ਲੋਕ, ਉਹ ਰਿਲੇਟਿਡ ਡਿਪਾਰਟਮੈਂਟ ਨਾਲ ਜਾ ਕੇ ਮਿਲਦੇ ਆ ਕਿ ਅਸੀਂ ਇਹਨੂੰ ਦੱਸੋ ਕਿਸ ਤਰ੍ਹਾਂ ਸੈਂਸੀਬਲੀ ਅਸੀਂ ਇਹਨੂੰ ਸੋਲਵ ਕਰ ਸਕਦੇ ਹਾਂ। ਫਿਰ ਅਸੀਂ ਉਹਨਾਂ ਤੋਂ ਖੁਦ ਹੀ ਸੁਝਾਅ ਮੰਗਦੇ ਹਾਂ ਕਿ ਦੱਸੋ ਅਸੀਂ ਕੀ ਕਰੀਏ ਕਿ ਇਹਨਾਂ ਦੀ ਜਿਹੜੀ ਇਹ ਪ੍ਰੋਬਲਮਸ ਹੈ ਉਹ ਸੋਲਵ ਕੀਤੀਆਂ ਜਾ ਸਕੇ। ਅਤੇ ਉਹ ਬਹੁਤ ਲੱਕੀ ਆ ਇਸ ਮਾਮਲੇ 'ਚ ਕਿ ਉਹ ਖੁਦ ਹੀ ਦੱਸ ਦਿੰਦੇ ਕਿ ਅਸੀਂ ਤੁਹਾਡੇ ਵਾਸਤੇ ਇਹ ਕਰ ਸਕਦੇ ਹਾਂ, ਔਰ ਸਾਡੀਆਂ ਪ੍ਰੋਬਲਮ 100% ਸਾਡੀਆਂ ਸੋਲਵ ਹੋ ਰਹੀਆਂ। ਅਤੇ ਜਿਵੇਂ ਕਈ ਅਸੀਂ ਜਿਵੇਂ ਤੁਹਾਨੂੰ ਕੋਈ ਹੈਲਪ ਮਿਲਦੀ ਹੈ, ਅਗਰ ਤੁਸੀਂ ਜਿਵੇਂ ਕੋਈ ਹੈਲਪ ਕਰਦੇ ਹੋ ਅੱਗੋਂ ਸੰਗਤ ਦੀ ਜਾਂ ਆਮ ਜਨਤਾ ਦੀ ਜੋ ਹੈਲਪ ਕਰਦੇ ਹੋ, ਤੁਹਾਨੂੰ ਸਰਕਾਰਾਂ ਵਾਸਤੇ ਜਾਂ ਕਮੇਟੀ ਵਾਸਤੇ ਕਦੀ ਕੋਈ ਹੈਲਪ ਮਿਲੀ ਹੈ ਕਿਸ ਚੀਜ਼ ਦੀ? ਦੇਖੀਏ, ਸਾਡੀ ਜਿਹੜੀ ਪੂਰੀ ਟੀਮ ਹੈ ਨਾ, ਉਹ ਇੰਨੀ ਸક્ષਮ ਹੈ ਕਿ ਅਸੀਂ ਖੁਦ ਹੀ ਆਪਣਾ ਪੈਸਾ ਲਗਾਉਂਦੇ ਹਾਂ। ਸਾਨੂੰ ਨਾ ਤਾਂ ਗਵਰਨਮੈਂਟ ਤੋਂ ਕੁਝ ਚਾਹੀਦਾ ਹੈ, ਨਾ ਕਿਸੇ ਮੈਨੇਜਮੈਂਟ ਤੋਂ ਕੁਝ ਚਾਹੀਦਾ ਹੈ। ਔਰ ਬਾਕੀ ਰਹੀ ਗੱਲ, ਜੇ ਉਹਨਾਂ ਦੇ ਕੰਮ ਹੋ ਜਾਂਦੇ ਨਾ, ਤਾਂ ਸਾਡੀ ਸਭ ਤੋਂ ਜ਼ਿਆਦਾ ਜਿਹੜੀ ਜਿਹਨੂੰ ਕਹਿ ਦਿੰਦੇ ਨਾ ਕਿ ਦੌਲਤ ਸਾਨੂੰ ਮਿਲ ਗਈ, ਉਹੀ ਸਭ ਤੋਂ ਵੱਡੀ ਦੌਲਤ ਹੈ। ਸਾਨੂੰ ਕੁਝ ਇਸ ਤਰੀਕੇ ਦੀ ਸਾਨੂੰ ਕੋਈ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈ, ਅਸੀਂ ਸક્ષਮ ਹੈਗੇ। ਮੈਮ, ਗੱਲ ਕਰੀਏ ਜਿਵੇਂ ਅੱਜ ਦੀ ਯੂਥ ਦੀ, ਹਾਂਜੀ, ਤੁਹਾਨੂੰ ਨਹੀਂ ਲੱਗਦਾ ਜਿਵੇਂ ਯੂਥ ਹੈ ਅੱਜ ਦੀ ਜੋ ਵੀ ਜਨਰੇਸ਼ਨ ਹੈ, ਚਾਹੇ ਉਹ ਸਿੱਖ ਪਰਿਵਾਰ ਦੇ ਬੱਚੇ ਹੋਣ ਜਾਂ ਕਿਸੇ ਵੀ ਪਰਿਵਾਰ ਦੇ ਬੱਚੇ ਹੋਣ, ਜੋ ਨਸ਼ੇ 'ਚ ਜਾ ਰਹੀ ਹੈ, ਉਹਨਾਂ ਨੂੰ ਕਾਉਂਸਲਿੰਗ ਦੀ ਜ਼ਰੂਰਤ ਹੈ? ਜਾਂ ਤੁਹਾਡੀ ਟੀਮ ਵੱਲੋਂ ਜਾਂ ਕਿਸੇ ਵੀ ਕਮੇਟੀ ਵੱਲੋਂ ਜਾਂ ਸਰਕਾਰਾਂ ਵੱਲੋਂ ਉਹਨਾਂ ਜੋ ਨਸ਼ੇ 'ਚ ਡੁੱਬ ਰਹੇ ਆ ਅੱਜ ਕੱਲ੍ਹ, ਜੋ ਜਾ ਰਹੇ ਹੈ, ਫੈਮਲੀਜ਼ ਬਹੁਤ ਦੁਖੀ ਹੈ, ਅਤੇ ਤੁਸੀਂ ਕੁਝ ਐਸੇ ਲੋਕਾਂ ਦੀਆਂ ਸਮੱਸਿਆ ਨੂੰ ਹੱਲ ਕੀਤਾ ਜਾਂ ਕੋਈ ਗੁਹਾਰ ਲਗਾਈ ਹੈ ਸਰਕਾਰਾਂ ਜਾਂ ਕਮੇਟੀ ਵੱਲੋਂ? ਦੇਖੋ ਗੁਰਪ੍ਰੀਤ, ਇਹ ਨਾ ਮੈਂ ਇਸ ਗੱਲ ਨੂੰ ਨਹੀਂ ਮੰਨਦੀ ਕਿ ਲੋਕਾਂ ਨੂੰ ਕਾਉਂਸਲਿੰਗ ਦੀ ਜ਼ਰੂਰਤ ਹੈ। ਕਾਉਂਸਲਿੰਗ ਦੀ ਜ਼ਰੂਰਤ ਉਹਨਾਂ ਨੂੰ ਪੈਂਦੀ ਹੈ। ਹੁਣ ਦੇਖੋ, ਅਗਰ ਮੰਨ ਲਓ ਮੇਰੇ ਕੋਲ ਕੋਈ ਕੰਮ ਹੀ ਨਹੀਂ ਹੈ,
ਠੀਕ ਹੈ, ਪਹਿਲੇ ਲੋਕਾਂ ਨੂੰ ਕਾਉਂਸਲਿੰਗ ਦੀ ਜ਼ਰੂਰਤ ਕਿਉਂ ਨਹੀਂ ਪੈਂਦੀ ਸੀ? ਕਿਉਂਕਿ ਲੋਕ ਬਿਜ਼ੀ ਸੀ, ਹੈ ਨਾ। ਇਸ ਟਾਈਮ ਉਹ ਲੋਕ ਉਹ ਮਤਲਬ ਸੋਚ ਰਹੇ, ਉਹਨਾਂ ਦੇ ਦਿਮਾਗ ਦੇ ਵਿੱਚ ਇਹ ਘੁੰਮ ਰਿਹਾ ਕਿ ਜਿੰਦੇ ਅਸੀਂ ਕਾਬਿਲ ਹੈਗੇ ਆ, ਜਾਂ ਜਿਸ ਤਰ੍ਹਾਂ ਦੇ ਪਿਓ ਦੇ ਅਸੀਂ ਪੁੱਤ ਹੈਗੇ ਆ, ਮਤਲਬ ਸਿੱਖ ਧਰਮ ਦੇ ਲੋਕ, ਮਤਲਬ ਉਹ ਇੱਕ ਕਮਿਊਨਿਟੀ ਇਸ ਤਰ੍ਹਾਂ ਦੀ ਹੈ ਜਿਹੜੀ ਲੋਕਾਂ ਨੂੰ ਦੱਸਦੀ ਹੈ, ਔਰ ਉਹਨਾਂ ਨੂੰ ਕਾਉਂਸਲਿੰਗ ਦੀ ਬੜੀ ਸ਼ਰਮ ਦੀ ਗੱਲ ਹੈ। ਮਤਲਬ ਉਹ ਕੰਮ ਕਰਨਾ ਚਾਹੁੰਦੇ, ਉਹਨਾਂ ਵਾਸਤੇ ਪਲੇਟਫਾਰਮ ਨਹੀਂ ਹੈ, ਮਤਲਬ ਉਹਨਾਂ ਦੇ ਕੋਲ ਕੰਮ ਨਹੀਂ ਹੈ, ਰੋਜ਼ਗਾਰ ਨਹੀਂ ਹੈ, ਇਸ ਬਾਰੇ ਕੋਈ ਗੱਲ ਹੀ ਨਹੀਂ ਕਰਦਾ। ਮਤਲਬ ਅਗਰ ਉਹ ਆਪਣੇ ਸਿਸਟਮ ਦੇ ਨਾਲ ਜਿਸ ਤਰੀਕੇ ਨਾਲ ਉਹਨਾਂ ਦਾ ਕੰਮ ਚੱਲ ਰਿਹਾ, ਮੈਨੂੰ ਨਹੀਂ ਲੱਗਦਾ ਉਹਨਾਂ ਨੂੰ ਕਾਉਂਸਲਿੰਗ ਉਹ ਮਿਸਾਲਾਂ ਤੁਸੀਂ ਆਪਣੇ ਦੇਸ਼ ਨੂੰ ਛੱਡ ਕੇ ਕਿਤੇ ਬਾਹਰ ਦੇ ਦੇਸ਼ਾਂ 'ਚ ਦੇਖੋ, ਕਿੰਨੀ ਵੱਡੀ ਵੱਡੀ ਪੋਸਟ 'ਤੇ ਸਿੱਖ ਲੋਕ ਜਾ ਰਹੇ ਆ, ਅਤੇ ਸਾਡੇ ਇੱਥੇ ਕਿਉਂ ਇਸ ਤਰ੍ਹਾਂ ਦਾ ਹੋ ਰਿਹਾ? ਤੁਸੀਂ ਇਲੈਕਸ਼ਨਸ ਦੇਖ ਲਓ, ਮਤਲਬ ਕੋਈ ਤੁਹਾਨੂੰ ਇਸ ਤਰ੍ਹਾਂ ਦੇ ਦਿਖਣਗੇ ਕਿ ਵੱਡੀ ਪੋਸਟ 'ਤੇ ਜਾਂ ਕਿਤੇ ਇਲੈਕਟ ਹੋ ਰਿਹਾ, ਜਾਂ ਕਿਤੇ ਪ੍ਰਮੋਸ਼ਨਸ ਕਿਸੇ ਨੂੰ ਮਿਲੀ ਹੈ, ਕਿਸੇ ਨੂੰ ਨਹੀਂ ਮਿਲੀ। ਗੱਲ ਕਰੀਏ ਕਿ ਜਿਵੇਂ ਪੰਜਾਬ ਦੇ ਵਿੱਚ ਧਰਮ ਕਨਵਰਜਨ ਹੋ ਰਿਹਾ ਹੈ, ਤੇ ਤੁਹਾਨੂੰ ਨਹੀਂ ਲੱਗਦਾ ਕਿ ਉੱਧਰ ਦਿੱਲੀ ਕਮੇਟੀ ਨੂੰ ਮਿਲ ਕੇ ਜਾਂ ਪੰਜਾਬ ਦੀ ਗੁਰਦੁਆਰਾ ਕਮੇਟੀ ਦੋਨਾਂ ਨੂੰ ਮਿਲ ਕੇ ਉੱਧਰ ਇੱਕ ਐਜ਼ ਆ ਮਤਲਬ ਵਲੰਟੀਅਰਸ ਦੇਣੇ ਚਾਹੀਦੇ, ਜੋ ਲੋਕਾਂ ਨੂੰ ਉਹਨਾਂ ਦੇ ਜੋ ਸਿੱਖ ਹੈ ਜਾਂ ਫੈਮਲੀਜ਼ ਆ ਉਹਨਾਂ ਨੂੰ ਅਵੇਅਰਨੈਸ ਦੇ ਸਕੇ, ਅਵੇਅਰ ਕਰ ਸਕੇ ਇਸ ਚੀਜ਼ ਤੋਂ। ਇਹਦੇ 'ਚ ਵੀ ਮੈਂ ਨਾ ਦੇਖਦੀ ਹਾਂ ਕਿ ਲੋਕ ਉਹਦੇ 'ਚ ਵੀ ਮਤਲਬ ਕੁਐਸਚਨ ਮਾਰਕ ਹੀ ਕਰ ਰਹੇ ਕਿ ਕਿਸੇ ਪਾਰਟੀ ਨੂੰ ਕਹਿ ਦਈਏ, ਅਕਾਲੀ ਦਲ ਨੂੰ ਕਹਿ ਦਈਏ, ਜਾਂ ਪੰਜਾਬ ਦੀ ਕਿਸੇ ਪਾਰਟੀ ਨੂੰ ਕਹਿ ਦਈਏ, ਬਾਦਲ ਨੂੰ ਕਹਿ ਦਈਏ, ਮਤਲਬ ਸਾਰੇ ਇੱਕ ਦੂਸਰੇ ਉੱਤੇ ਤੋਹਮਤਾਂ ਲਗਾਉਣ ਲੱਗੇ ਹੋਏ ਆ। ਲੇਕਿਨ ਅਗਰ ਅਸੀਂ ਕੁਐਸਚਨ ਮਾਰਕ ਇਸ ਤਰ੍ਹਾਂ ਉਂਗਲੀ ਇੱਧਰ ਦੀ ਜਗ੍ਹਾ ਇੱਧਰ ਕਰ ਲਈਏ ਨਾ, ਤੇ ਸਾਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਜਾਏਗਾ। ਉੱਥੇ ਪੰਜਾਬ 'ਚ ਤੁਸੀਂ ਦੇਖ ਲਓ, ਮੈਕਸੀਮਮ ਜਿਹੜੇ ਯੂਥ ਹੈ, ਮਤਲਬ ਪਰਿਵਾਰ ਬਾਹਰ ਕੱਢਣ ਨੂੰ ਫਿਰ ਰਿਹਾ, ਮਤਲਬ ਉੱਥੇ ਤੇ ਪੰਜਾਬ 'ਚ ਤਾਂ ਕੋਈ ਰਹਿ ਹੀ ਨਹੀਂ ਰਿਹਾ। ਔਰ ਅਗਰ ਉਹ ਕਹਿ ਰਹੇ ਈਸਾਈ ਬਣ ਰਿਹਾ, ਤੇ ਤੁਸੀਂ ਆਪਣੀ ਸਿੱਖੀਜ਼ਮ ਨੂੰ ਯਾਨੀ ਮਤਲਬ ਪ੍ਰਮੋਟ ਕਰਨ 'ਚ ਨਾਕਾਬਿਲ ਰਹੇ ਨਾ। ਬਿਲਕੁਲ। ਮਤਲਬ ਕਿਉਂ ਉਹਨਾਂ ਨੂੰ ਲੱਗਣ ਲੱਗਾ ਕੰਪੈਰੀਟਿਵਲੀ ਕਿ ਸਾਡਾ ਧਰਮ ਮਤਲਬ ਈਸਾਈ ਧਰਮ ਤੋਂ ਨੀਵੇਂ ਹੈ, ਸਾਨੂੰ ਈਸਾਈ 'ਚ ਕਨਵਰਟ ਹੋ ਜਾਣਾ ਚਾਹੀਦਾ ਹੈ, ਕਿਉਂਕਿ ਦਿਖਾਇਆ ਹੀ ਨਹੀਂ ਗਿਆ। ਕਿਉਂਕਿ ਅਗਰ ਸਾਡਾ ਇਤਿਹਾਸ ਉਹਨਾਂ ਨੂੰ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਤਰੀਕੇ ਨਾਲ, ਔਰ ਜਾਂ ਸਾਡੀ ਜਿਹੜੀ ਸਾਡੇ ਜਿਹੜੇ ਜਿਨ੍ਹਾਂ ਨੂੰ ਗੁਰੂ ਸਾਹਿਬ ਹੈ, ਸਾਡੇ ਪਿਓ ਜਿਹੜੇ ਹੈਗੇ ਆ, ਉਹਨਾਂ ਬਾਰੇ ਸਹੀ ਤਰ੍ਹਾਂ ਨਾਲ ਮਤਲਬ ਸਾਡੇ ਧਰਮ ਦੇ ਬਾਰੇ ਸਹੀ ਤਰੀਕੇ ਨਾਲ ਜਾਣਕਾਰੀ ਦਿੱਤੀ ਹੁੰਦੀ, ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਇਹੋ ਜਿਹਾ ਬੱਚਾ ਹੈ ਜਿਹੜਾ ਮਤਲਬ ਕਦੀ ਆਪਣੇ ਆਪ ਨੂੰ ਡਾਇਵਰਟ ਕਰਨ ਦੀ ਜਾਂ ਕਨਵਰਟ ਕਰਨ ਦੀ ਕੋਸ਼ਿਸ਼ ਵੀ ਕਰਦਾ। ਤੁਹਾਨੂੰ ਮਤਲਬ ਕਹਿੰਦਾ ਇਹਦੇ 'ਚ ਵੀ ਮੈਨੂੰ ਲੱਗਦਾ ਕਿ ਸਾਡੀ ਗਲਤੀ ਹੈ। ਬਿਲਕੁਲ। ਸਾਨੂੰ ਅਜੇ ਵੀ ਟਾਈਮ ਹੈ, ਸਾਨੂੰ ਆਪਣੇ ਉੱਤੇ ਕੁਐਸਚਨ ਮਾਰਕ ਕਰ ਲੈਣਾ ਚਾਹੀਦਾ ਹੈ ਕਿ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਹੁਣ ਬੱਚਿਆਂ ਨੂੰ ਤਾਂ ਨਹੀਂ ਇੰਨੀ ਅਕਲ ਹੁੰਦੀ ਨਾ, ਛੋਟੇ ਬੱਚੇ ਆ, ਅਸੀਂ ਅਗਰ ਛੋਟੇ ਤੋਂ ਹੀ ਅਗਰ ਉਹਨਾਂ ਨੂੰ ਸਟਾਰਟ ਕਰ ਦਈਏ ਤੇ ਅਸੀਂ ਇਸ ਚੀਜ਼ ਨੂੰ ਅਜੇ ਵੀ ਸੰਭਾਲ ਸਕਦੇ ਹਾਂ। ਜੀ ਬਿਲਕੁਲ। ਬਾਕੀ ਮਤਲਬ ਕਹਿਣ ਦਾ ਮੇਰਾ ਇਹ ਮਤਲਬ ਸੀ ਕਿ ਤੁਹਾਨੂੰ ਲੱਗਦਾ ਨਹੀਂ ਕਿ ਇੱਕ ਮਤਲਬ ਇੱਕ ਸੰਗਠਨ ਹੋਣਾ ਚਾਹੀਦਾ ਹੈ, ਇੱਕ ਮਤਲਬ ਕਿ ਪੋਲੀਟਿਕਸ ਤੋਂ ਹਟ ਕੇ, ਕਿ ਕੋਈ ਵੀ ਮਤਲਬ ਕੋਈ ਵੀ ਧਰਮ ਨੂੰ ਤੁਸੀਂ ਆਪਣੇ ਸਿੱਖ ਧਰਮ ਨੂੰ ਜੋ ਹੈ, ਜੋ ਬੱਚੇ ਹੈ ਅੱਜ ਕੱਲ੍ਹ ਬਾਹਰ ਜਾ ਰਹੇ ਹੈ ਮੋਸਟਲੀ ਕੋਈ, ਕਿਉਂਕਿ ਫੈਮਿਲੀ ਨਹੀਂ ਚਾਹੁੰਦੀ ਕਿ ਉਹਨਾਂ ਦੇ ਬੱਚੇ ਇੰਡੀਆ ਵਿੱਚ ਰਹਿਣ, ਅਤੇ ਤੁਹਾਨੂੰ ਮਤਲਬ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਜੋ ਲੋਕ ਆਪਣੇ ਬੱਚਿਆਂ ਨੂੰ ਜਾਂ ਸਿੱਖੀ ਧਰਮ ਛੋੜ ਕੇ ਜਾਂ ਵੈਸੇ ਵਿਦੇਸ਼ਾਂ 'ਚ ਭੇਜ ਰਹੇ ਆ, ਉਹਨਾਂ ਵਾਸਤੇ ਕੋਈ? ਉਹ ਅਗਰ ਦੇਖੋ, ਉਹਨਾਂ ਦੀ ਵੀ ਮੈਂ ਕਹਿੰਦੀ ਹਾਂ ਕਿ ਕੋਈ ਗਲਤੀ ਨਹੀਂ ਹੈ ਪਰਿਵਾਰਾਂ ਦੀ। ਉਹ ਕੀ ਕਰਨ ਜਦੋਂ ਉੱਥੇ ਬੱਚੇ ਇੰਨੇ ਕਾਬਿਲ ਹੈਗੇ ਆ, ਔਰ ਉਹਨਾਂ ਨੂੰ ਉਹਨਾਂ ਦੀ ਕਾਬਲੀਅਤ ਦੇ ਹਿਸਾਬ ਨਾਲ ਇੱਥੇ ਪਲੇਟਫਾਰਮ ਨਹੀਂ ਮਿਲਣਗੇ, ਮਤਲਬ ਉਹਨਾਂ ਨੂੰ ਬਾਹਰ ਜਾਣਾ ਹੀ ਪਏਗਾ। ਉਹਨਾਂ ਨੇ ਵੀ ਤਾਂ ਆਪਣਾ ਪਰਿਵਾਰ ਦੇਖਣਾ ਹੈ, ਮਤਲਬ ਉਹਨਾਂ ਨੂੰ ਲੱਗਦਾ, ਫਿਰ ਉਹ ਕੰਪੇਅਰ ਕਰਦਾ। ਬਿਲਕੁਲ। ਅਗਰ ਉਹਨਾਂ ਨੂੰ ਆਪਣੇ ਇੱਥੇ ਉਹ ਚੀਜ਼ਾਂ ਨਹੀਂ ਮਿਲ ਰਹੀਆਂ, ਮਤਲਬ ਸਾਡੇ ਦੇਸ਼ ਨੂੰ ਸੋਨੇ ਦੀ ਚਿੜੀਆ ਕਿਹਾ ਜਾਂਦਾ ਸੀ। ਬਾਹਰ ਦੇ ਲੋਕ ਦੇਖੋ, ਅੰਗਰੇਜ਼ ਆਏ ਸੀ ਸਾਡੇ ਇੱਥੇ, ਅਸੀਂ ਤਾਂ ਨਹੀਂ ਗਏ ਸੀ ਨਾ। ਬਿਲਕੁਲ। ਮਤਲਬ ਤੇ ਉਹ ਚੀਜ਼ਾਂ ਚੇਂਜ ਕਿਸ ਤਰ੍ਹਾਂ ਹੋਈਆਂ? ਕਿਤੇ ਨਾ ਕਿਤੇ ਸਾਡਾ ਮਾਈਂਡ ਕਿਉਂ ਮਤਲਬ ਉਸ ਤਰੀਕੇ ਨਾਲ ਚੇਂਜ ਹੋਇਆ। ਤੇ ਅਗਰ ਅਸੀਂ ਆਪਣੀ ਜ਼ਿੰਮੇਵਾਰੀ ਫੇਰ ਲੈ ਲਈਏ, ਔਰ ਨਾ ਤੇ ਸਾਡੇ ਇੱਥੇ ਖਾਣ ਦੀ ਕਮੀ ਹੈ, ਸਿਰਫ ਨੀਤ ਦੀ ਕਮੀ ਹੈ, ਨਾ ਸਾਡੇ ਇੱਥੇ ਮਤਲਬ ਚੀਜ਼ਾਂ ਦੀ ਕਮੀ ਹੈ ਕਿ ਅਸੀਂ ਉਹਨਾਂ ਨੂੰ ਸੋਲਵ ਨਹੀਂ ਕਰ ਸਕਦੇ। ਅਸੀਂ ਅਗਰ ਬੈਠ ਕੇ ਅਗਰ ਇਸ ਚੀਜ਼ਾਂ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ, ਔਰ ਅਸੀਂ ਫਿਰ ਰੋਜ਼ਗਾਰ ਦੇ ਬਾਰੇ 'ਚ ਜਾਂ ਆਪਣੇ ਧਰਮ ਦੇ ਬਾਰੇ 'ਚ ਜਾਂ ਆਪਣੇ ਪ੍ਰਚਾਰ ਦੇ ਬਾਰੇ 'ਚ ਗੱਲ ਕਰਾਂਗੇ, ਤੇ ਕਿਤੇ ਨਾ ਕਿਤੇ ਦੇਖੋ ਅਸੀਂ ਜ਼ਰੂਰ ਕਾਮਯਾਬ ਹੋਵਾਂਗੇ। ਔਰ ਇਹਦਾ ਜੀਤਾ ਜਾਤਾ ਚਾਹੇ ਅਸੀਂ ਛੋਟੇ ਗਰਾਊਂਡ ਲੈਵਲ 'ਤੇ ਕਰ ਰਹੇ ਹਾਂ, ਔਰ ਸਾਨੂੰ ਜਿਤਨਾ ਦੀ ਸਾਨੂੰ ਮਤਲਬ ਪ੍ਰੋਬਲਮ ਨੂੰ ਸੋਲਵ ਕਰ ਸਕਦਾ। ਮੈਮ ਇੱਕ ਸਵਾਲ ਔਰ, ਜਿਵੇਂ ਗੁਰਦੁਆਰਾ ਕਮੇਟੀ ਦੇ ਵਿੱਚ ਕਹਿੰਦੇ ਕਿ ਲੇਡੀ ਸੀਟ ਕਿਉਂ ਨਹੀਂ ਹੈ ਹਜੇ ਤੱਕ? ਤੁਹਾਨੂੰ ਮਤਲਬ ਦਿੱਲੀ ਸਰਕਾਰ ਵਿੱਚ ਤਾਂ ਹੈ ਜੀ ਮੈਮ, ਦਿੱਲੀ ਗਵਰਨਮੈਂਟ ਵਿੱਚ ਜੋ ਸਰਕਾਰ ਹੈ, ਚਾਹੇ ਕੋਈ ਵੀ ਸਰਕਾਰ ਆਏ, ਉਹਦੇ ਵਿੱਚ ਲੇਡੀ ਸੀਟ ਜਾਂ ਇੱਕ ਕੋਟਾ ਹੁੰਦਾ ਹੈ, ਪਰ ਅੱਜ ਤੱਕ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਇਹ ਕੋਟਾ ਕਿਉਂ ਨਹੀਂ ਦਿੱਤਾ ਜਾਂਦਾ? ਇਸ ਬਾਰੇ ਕੁਝ ਕਹੋਗੇ ਲੇਡੀਜ਼ ਨੂੰ? ਦੇਖੋ, ਅੱਜ ਦਾ ਇਹ ਇੰਟਰਵਿਊ ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਕ੍ਰੂਸ਼ੀਅਲ ਹੋਣ ਵਾਲਾ ਹੈ, ਕਿਉਂਕਿ ਦੇਖੋ ਸਭ ਕਹਿ ਦਿੰਦੇ ਕਿ ਅਸੀਂ ਲੇਡੀਜ਼ ਦਾ ਇੱਕ ਅਲੱਗ ਗਰੁੱਪ ਬਣਾਇਆ ਹੋਇਆ ਹੈ, ਜਿਹਨੂੰ ਇਸਤਰੀ ਵਿੰਗ ਤੁਸੀਂ ਕਹਿ ਦਿੰਦੇ ਹੋ। ਲੇਕਿਨ ਅਗਰ ਮਤਲਬ ਜਿੱਥੇ ਉਹ ਬਣਿਆ ਵੀ ਹੈ, ਜਾਂ ਮਤਲਬ ਅਗਰ ਉਹ ਲੇਡੀਜ਼ ਕਹਿ ਰਹੀਆਂ ਕਿ ਉਹ ਨਹੀਂ ਆਉਣਾ ਚਾਹੀਦੀਆਂ। ਮੈਂ ਅਜੇ ਤੁਹਾਡਾ ਹੀ ਇੰਟਰਵਿਊ ਦੇਖ ਰਹੀ ਸੀ, ਕਾਲਕਾ ਸਰ ਉਹਦੇ 'ਚ ਬੋਲ ਰਹੇ ਸੀ ਕਿ ਸਿੱਖ ਪਰਿਵਾਰਾਂ ਦੀ ਇਸਤਰੀਆਂ ਆਉਣਾ ਨਹੀਂ ਚਾਹੁੰਦੀਆਂ
ਪੋਲਿਟਿਕਸ 'ਚ ਜਾਂ ਮਤਲਬ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਨਹੀਂ ਆਉਣਾ ਚਾਹੀਦੀਆਂ। ਮਤਲਬ ਉਹਨਾਂ ਨੇ ਕਦੀ ਜਾ ਕੇ ਗੱਲ ਕੀਤੀ ਉਹ ਕਿਉਂ ਨਹੀਂ ਆਉਣਾ ਚਾਹੁੰਦੀਆਂ, ਜਾਂ ਆਉਣਾ ਚਾਹੁੰਦੀਆਂ ਤੇ ਉਹਨਾਂ ਨੂੰ ਕੀ ਸਹੂਲਤ ਹੈ? ਮਤਲਬ ਅਗਰ ਜਿਸ ਤਰ੍ਹਾਂ ਹੁਣ ਮੈਂ ਵੀ ਰਾਮਗੜੀਆ ਬੋਰਡ ਦੇ ਵਿੱਚ ਇਸਤਰੀ ਵਿੰਗ 'ਚ ਹਾਂ, ਮਤਲਬ ਕਿਉਂ ਮੇਨ ਵਿੰਗ ਦੇ ਵਿੱਚ ਨਹੀਂ ਆ? ਮੇਰਾ ਕੁਐਸਚਨ ਇਹ ਹੁੰਦਾ ਹੈ। ਕਿਉਂਕਿ ਮੇਨ ਵਿੰਗ ਔਰ ਇਸਤਰੀ ਵਿੰਗ ਦੋ ਅਲੱਗ ਪਲੇਟਫਾਰਮ ਬਣ ਜਾਂਦੇ ਹੈ। ਮੇਨ ਜਿਹੜੇ ਤੁਸੀਂ ਆਪਣੇ ਪਲੈਨਿੰਗ ਕਰਦੇ ਹੋ ਜਾਂ ਜੋ ਵੀ ਕੰਮ ਕਰਦੇ ਹੋ ਉਹਦੇ ਵਿੱਚ ਇਸਤਰੀਆਂ ਦਾ ਕੋਈ ਰੋਲ ਹੀ ਨਹੀਂ ਹੁੰਦਾ। ਅਸੀਂ ਜਾ ਕੇ ਉੱਥੇ ਸਿਰਫ ਹਾਜ਼ਰੀ ਲਗਾਉਣੀ ਹੁੰਦੀ ਹੈ। ਅਸੀਂ ਜਾ ਕੇ ਸਿਰਫ ਜਦੋਂ ਅਸੀਂ ਕਹਿ ਹੀ ਨਹੀਂ ਸਕਦੇ ਕਿ ਤੁਸੀਂ ਜੋ ਕੰਮ ਕਰ ਰਹੇ ਹੋ ਉਹਦੇ 'ਚ ਸਾਡੀ ਵੀ ਰਾਏ ਲਓ, ਸਾਡੇ ਵੀ ਸੁਝਾਅ ਲਓ, ਤੇ ਫਿਰ ਉਹਦਾ ਇਸਤਰੀ ਵਿੰਗ ਹੋਣਾ ਨਾ ਹੋਣਾ ਤੇ ਇੱਕ ਹੀ ਬਰਾਬਰ ਹੈ ਨਾ। ਇਸ ਲਈ ਲੇਡੀਜ਼ ਨੂੰ ਇੰਟਰਸਟ ਨਹੀਂ ਆ ਰਿਹਾ ਨਾ। ਅਗਰ ਤੁਸੀਂ ਸਾਡੇ ਤੋਂ ਪੁੱਛੋਗੇ ਹੀ ਨਹੀਂ ਕਿ ਸਾਡੇ ਕੀ ਧਰਮ ਬਾਰੇ ਸੁਝਾਅ ਹੈ ਜਾਂ ਸਾਡੇ ਕੀ ਅਸੀਂ ਬੱਚਿਆਂ ਵਾਸਤੇ ਕੀ ਕਹਿਣਾ ਚਾਹੁੰਦੇ ਹਾਂ, ਤੇ ਮਤਲਬ ਥੋੜੇ ਦਿਨ 'ਚ ਸਾਡਾ ਇੰਟਰਸਟ ਖਤਮ ਹੋ ਜਾਂਦਾ ਨਾ ਕਿ ਅਸੀਂ ਜਾਵਾਂਗੇ ਹੀ ਨਹੀਂ। ਇਹ ਚੀਜ਼ ਹੈ, ਇਸ ਕਰਕੇ ਲੇਡੀਜ਼ ਦਾ ਇੰਟਰਸਟ ਖਤਮ ਹੋ ਰਿਹਾ। ਔਰ ਇਹ ਬਿਲਕੁਲ ਗਲਤ ਗੱਲ ਹੈ ਕਿ ਲੇਡੀਜ਼ ਪੋਲਿਟਿਕਸ ਨਹੀਂ ਆਉਣਾ ਚਾਹੁੰਦੀਆਂ ਜਾਂ ਗੁਰਦੁਆਰਾ ਪ੍ਰਬੰਧਕ ਕਮੇਟੀ 100% ਉਹ ਆਉਣਾ ਚਾਹੁੰਦੀਆਂ। ਇੱਕ ਵਾਰ ਇਸ ਮੁੱਦੇ ਤੇ ਵੀ ਗੱਲ ਕਰਨ ਦੀ ਜ਼ਰੂਰਤ ਹੈ। ਜਿਵੇਂ ਹੁਣ ਅਸੀਂ ਦੇਖ ਲਈਏ ਜੇ ਆਮ ਪਾਰਟੀ ਹੋਵੇ ਜਾਂ ਬੀਜੇਪੀ, ਕੋਈ ਵੀ ਅਨਦਰ ਪਾਰਟੀ ਹੈ ਜਾਂ ਕੋਈ ਵੀ ਸਰਕਾਰ ਹੈ, ਉਹਦੇ ਵਿੱਚ ਸਭ ਤੋਂ ਜ਼ਿਆਦਾ ਸਭ ਤੋਂ ਜ਼ਿਆਦਾ ਪ੍ਰੈਫਰ ਲੇਡੀਜ਼ ਨੂੰ ਦਿੱਤੀ ਜਾਂਦੀ ਹੈ। ਲੇਡੀ ਸੀਟਾਂ ਬਹੁਤ ਸੀਗੀਆਂ, ਤੇ ਤੁਹਾਨੂੰ ਨਹੀਂ ਲੱਗਦਾ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਇਸਤਰੀ ਵਿੰਗ ਜੋ ਹੈ ਸਟਾਰਟ ਕਰਨਾ ਚਾਹੀਦਾ, ਜਿਹਦੇ ਵਿੱਚ ਲੇਡੀਜ਼ ਨੂੰ ਇੱਕ ਮੈਂਬਰਸ਼ਿਪ ਮਿਲਣੀ ਚਾਹੀਦੀ ਹੈ, ਤਾਂ ਕਿ ਦਿੱਲੀ ਗੁਰਦੁਆਰਾ ਕਮੇਟੀ ਦੀ ਜੋ ਇੱਕ ਕਹਿ ਲਓ ਕਿ ਲੀਡਰਸ਼ਿਪ ਹੈ ਉਹ ਲੇਡੀਜ਼ ਦੇ ਹੱਥ ਵਿੱਚ ਵੀ ਹੋਣੀ ਚਾਹੀਦੀ ਹੈ, ਤਾਂ ਕਿ ਕੋਈ ਚੀਜ਼ਾਂ ਐਸੀ ਹੁੰਦੀ ਕਿ ਅਸੀਂ ਜਾ ਕੇ ਡਾਇਰੈਕਟ ਸੰਗਤ ਕੋਈ ਵੀ ਲੇਡੀਜ਼ ਹੁੰਦੀ ਹੈ ਤਾਂ ਆਪਣੀ ਜੋ ਦਿੱਕਤ ਪਰੇਸ਼ਾਨੀ ਹੈ ਲੇਡੀਜ਼ ਤੱਕ ਹੀ ਪਹੁੰਚ ਸਕੇ। ਤਾਂ ਐਸਾ ਤੁਹਾਨੂੰ ਨਹੀਂ ਲੱਗਦਾ ਕਿ ਵਿੰਗ ਬਣਨਾ ਚਾਹੀਦਾ ਕਮੇਟੀ ਵਿੱਚ? ਇੱਥੇ ਮੈਂ ਤੁਹਾਨੂੰ ਗੁਰਪ੍ਰੀਤ ਜੀ ਕਰੈਕਟ ਕਰਾਂਗੀ, ਇਸਤਰੀ ਵਿੰਗ ਹੈ, ਮਤਲਬ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਵੀ ਇਸਤਰੀ ਵਿੰਗ ਹੈ। ਤੁਸੀਂ ਸਾਡੇ ਰਾਮਗੜੀਆ ਬੋਰਡ 'ਚ ਦੇਖ ਲਓ, ਉੱਥੇ ਵੀ ਇਸਤਰੀ ਵਿੰਗ ਹੈ। ਔਰ ਤੁਸੀਂ ਜਿੱਥੇ ਸਰਕਾਰਾਂ ਦੀ ਗੱਲ ਕਰ ਰਹੇ ਹੋ, ਉਹ ਉਹਨਾਂ ਨੂੰ ਹੁਣ ਸਮਝ ਆ ਗਈ ਹੈ ਕਿ ਲੇਡੀਜ਼ ਦੇ ਵਿੱਚ ਵੀ ਪੋਲਿਟਿਕਸ ਨੌਲੇਜ ਹੁੰਦੀ ਹੈ, ਔਰ ਉਹ ਵੀ ਇੰਨੀਆਂ ਪੋਲੀਟੀਕਲੀ ਕੌਨਸ਼ੀਅਸ ਹੁੰਦੀ ਹੈ ਕਿ ਆਪਣੇ ਸੁਝਾਅ ਦੇ ਸਕਣ। ਔਰ ਦੇਖੋ ਬਹੁਤ ਅੱਛਾ ਕੰਮ ਕਰ ਰਹੀਆਂ ਅੱਗੇ ਆ ਕੇ। ਤੁਸੀਂ ਦੇਖੋ ਰਜੌਰੀ ਵਿਧਾਨ ਸਭਾ ਵਿੱਚ ਐਮਐਲਏ ਕੌਣ ਹੈ? ਲੇਡੀ ਹੈ। ਔਰ ਹਰੀਨਗਰ ਦੀ ਐਮਐਲਏ ਕੌਣ ਹੈ? ਲੇਡੀ। ਤੇ ਅੱਛਾ ਸੰਭਾਲ ਪਾ ਰਹੀਆਂ ਨੂੰ। ਤੇ ਅਗਰ ਕੋਈ ਮਤਲਬ ਇੱਕ ਪਲੇਟਫਾਰਮ ਤੇ ਵੱਡੀ ਪੋਸਟ ਤੇ ਆ ਕੇ ਕਹਦੇ ਕਿ ਲੇਡੀਜ਼ ਇੰਨੀ ਸક્ષਮ ਹੀ ਨਹੀਂ ਹੈ ਕਿ ਉਹ ਆਉਣਾ ਹੀ ਨਹੀਂ ਚਾਹੁੰਦੀ, ਇਹ ਬਿਲਕੁਲ ਗਲਤ ਹੈ। ਮੈਂ ਇਸ ਗੱਲ ਨੂੰ ਮੰਨਦੀ ਨਹੀਂ। ਔਰ ਜਿੱਥੋਂ ਦੀ ਤੁਸੀਂ ਕਹਿ ਰਹੇ ਹੋ ਕਿ ਗੱਲ ਇਸਤਰੀ ਵਿੰਗ ਦੀ ਬਾਰੇ ਗੱਲ ਤੁਸੀਂ ਕਰ ਰਹੇ ਹੋ, ਉਹ ਇਸਤਰੀ ਵਿੰਗ ਨੂੰ ਅਲੱਗ ਨਹੀਂ ਹੋਣਾ ਚਾਹੀਦਾ। ਮੈਨੂੰ ਜਿਹੜੀ ਇਹਦੇ ਵਿੱਚ ਪ੍ਰੋਬਲਮ ਇਹ ਹੈ ਕਿ ਉਹਨਾਂ ਨੂੰ ਮੇਨ ਵਿੰਗ 'ਚ ਆਉਣਾ ਚਾਹੀਦਾ। ਮੇਰਾ ਕਹਿਣ ਦਾ ਉਹੀ ਮਤਲਬ ਹੈ ਕਿ ਉਹ ਕਮੇਟੀ ਨਾਲ ਕਿਉਂ ਨਹੀਂ ਜੁੜੀਆਂ? ਜਿਵੇਂ ਹਰ ਜਗ੍ਹਾ ਤੇ ਇੱਕ ਜੈਂਟਸ ਹੁੰਦੇ ਹੈ, ਮੈਂਬਰਸ ਹੈ, ਤਾਂ ਉਹਨਾਂ ਨਾਲ ਲੇਡੀ ਵਿੰਗ ਜੋ ਵੀ ਹੈ ਇਸਤਰੀ ਹੈ ਮੈਂਬਰਸ ਹੈ, ਉਹ ਕਿਉਂ ਨਹੀਂ ਖੜੀ ਹੁੰਦੀਆਂ? ਮੋਸਟਲੀ ਲੇਡੀਜ਼ ਵਿੰਗ ਉਸ ਤਰੀਕੇ ਨਾਲ ਉਹਨੇ ਸક્ષਮ ਤੌਰ ਤੇ ਉੱਥੇ ਕੰਮ ਕਰ ਨਹੀਂ ਪਾਉਂਦਾ ਨਾ। ਮਤਲਬ ਜਦੋਂ ਮੇਨ ਡਿਸੀਜਨ ਲੈਣੇ ਹੁੰਦੇ ਉਹ ਇਸਤਰੀ ਵਿੰਗ ਨੂੰ ਬੁਲਾਇਆ ਨਹੀਂ ਜਾਂਦਾ, ਜਾਂ ਬੁਲਾਇਆ ਵੀ ਜਾਂਦਾ ਅਗਰ ਮੰਨ ਲਓ ਸਾਹਮਣੇ ਇੰਟਰਵਿਊ ਹੀ ਹੋ ਰਿਹਾ ਤੇ ਉਹ ਸਿਰਫ ਫੋਟੋ ਸੈਸ਼ਨ ਵਾਸਤੇ। ਮੈਨੂੰ ਦੱਸੋ ਅੱਜ ਤੱਕ ਉੱਥੇ ਜਿੰਨੀਆਂ ਵੀ ਲੇਡੀਜ਼ ਹੈਗੀਆਂ ਕਿਹਦਾ ਇੰਟਰਵਿਊ ਹੋਇਆ ਜਾਂ ਕਿਹਦੇ ਤੋਂ ਪੁੱਛਿਆ ਗਿਆ ਕਿ ਤੁਸੀਂ ਕੀ ਚਾਹੁੰਦੇ ਹੋ ਇਸ ਮਸਲੇ 'ਚ? ਨਹੀਂ, ਬਿਲਕੁਲ ਤੇ ਇੰਟਰਸਟ ਧੀਰੇ ਧੀਰੇ ਖਤਮ ਹੀ ਹੋਏਗਾ ਨਾ। ਹੁਣ ਮੈਨੂੰ ਤੁਸੀਂ 4 ਵਾਰੀ ਬੁਲਾਓਗੇ, ਹਰ ਵਾਰੀ ਮਤਲਬ ਚਾਹ ਪਿਲਾ ਕੇ ਅਗਰ ਭੇਜ ਦੋਗੇ, ਮੇਰੇ ਤੋਂ ਕੁਝ ਪੁੱਛੋਗੇ ਨਹੀਂ, ਤਾਂ ਫਿਰ ਮੈਨੂੰ ਧੀਰੇ ਧੀਰੇ ਲੱਗਣ ਲੱਗ ਜਾਏਗਾ ਨਾ ਕਿ ਮੈਂ ਕਾਹਦੇ ਵਾਸਤੇ ਇੱਥੇ ਆ ਰਹੀ ਹਾਂ। ਮਤਲਬ ਮੈਨੂੰ ਅਬ ਮੇਰੀ ਜੋ ਐਜੂਕੇਸ਼ਨ ਹੈ, ਜੋ ਮੇਰਾ ਜਿਹੜਾ ਸੁਝਾਅ ਸੀ ਜੋ ਮੈਂ ਦੇਣਾ ਚਾਹੁੰਦੀ ਸੀ, ਮਤਲਬ 50% ਆਫ ਜਨਰੇਸ਼ਨ ਇਜ਼ ਲੇਡੀ ਹੈ ਨਾ। ਮਤਲਬ ਤੁਸੀਂ ਦੇਖ ਸਕਦੇ ਹੋ। ਤੇ ਅਗਰ ਲੇਡੀ 50% ਜਨਰੇਸ਼ਨ ਹੈ ਤੇ ਉਹਦਾ ਇੰਨਾ ਹੱਕ ਵੀ ਤੇ ਹੈ ਉਹ ਆਪਣੇ ਦੇਸ਼ ਬਾਰੇ ਬੋਲ ਸਕੇ, ਆਪਣੀ ਕਮਿਊਨਿਟੀ ਬਾਰੇ ਬੋਲ ਸਕੇ, ਕਿ ਮਤਲਬ ਬੋਲ ਸਕਦੀ ਹੈ ਨਾ ਉਹ, ਤੇ ਉਹਨੂੰ ਬੋਲਣ ਦਿੱਤਾ ਕਿਉਂ ਨਹੀਂ ਜਾਂਦਾ? ਕਿਉਂਕਿ ਬਿਲਕੁਲ ਲੇਡੀਜ਼ ਨੂੰ ਬਿਲਕੁਲ ਫਰੀडम ਹੈ ਆਪਣੀ ਗੱਲ ਰੱਖਣ ਦਾ, ਚਾਹੇ ਉਹ ਜਨਤਾ ਅੱਗੇ ਹੋਏ ਚਾਹੇ ਸਰਕਾਰਾਂ ਅੱਗੇ ਹੋਏ, ਬਿਲਕੁਲ ਹੱਕ ਹੈ। ਤੇ ਤੁਹਾਨੂੰ ਨਹੀਂ ਲੱਗਦਾ ਕਿ ਕਮੇਟੀ ਵੱਲੋਂ ਵੀ ਇਹ ਚੀਜ਼ ਹੋਣੀ ਚਾਹੀਦੀ ਹੈ? ਬਿਲਕੁਲ ਹੋਣੀ ਚਾਹੀਦੀ ਹੈ। ਔਰ ਅਗਰ ਉਹ ਇਸ ਸੁਝਾਅ ਨੂੰ ਮੰਨਦੇ ਆ ਨਾ, ਤੇ ਤੁਸੀਂ ਆਉਣ ਵਾਲੇ ਸਾਲਾਂ 'ਚ ਦੇਖੋਗੇ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀਆਂ ਸਕੀਮਾਂ ਹੈ ਉਹ ਮਤਲਬ ਬਹੁਤ ਜ਼ਿਆਦਾ ਕਲੋਜ਼ਲੀ ਮਤਲਬ ਗਰਾਊਂਡ ਲੈਵਲ ਤੇ ਪਹੁੰਚ ਪਾਣੀਆਂ। ਕਿਉਂਕਿ ਤੁਹਾਨੂੰ ਪਤਾ ਲੇਡੀਜ਼ ਜਿਹੜੀ ਵੀ ਕੰਮ ਦੇ ਵਿੱਚ ਘੁਸਦੀਆਂ ਨੇ ਬਿਲਕੁਲ ਘੁਸ ਕੇ ਕੰਮ ਕਰਦੀਆਂ, ਔਰ ਉਹ ਬਹੁਤ ਅੱਛੇ ਤਰੀਕੇ ਨਾਲ ਕਰ ਵੀ ਸਕਦੀਆਂ। ਮੈਨੇਜਮੈਂਟ ਨੂੰ ਸੰਭਾਲਣਾ, ਕਿਉਂਕਿ ਉਹ ਘਰ ਸੰਭਾਲਦੀਆਂ, ਪਰਿਵਾਰ ਸੰਭਾਲਦੀਆਂ, ਔਰ ਉਹਨਾਂ ਨੂੰ ਹਰ ਕਿਸੇ ਦਾ ਪਰਿਵਾਰ 'ਚ ਅਗਰ 5 ਜਣੇ ਆ ਨਾ ਤੇ ਉਹਨਾਂ ਨੂੰ 5 ਦੇ ਬਾਰੇ 'ਚ ਪਤਾ ਹੈ ਕਿ ਉਹਨਾਂ ਨੂੰ ਕਿਸ ਤਰੀਕੇ ਨਾਲ ਕੰਮ ਕਰਨਾ ਹੈ, ਉਹ ਕਿਸ ਤਰੀਕੇ ਨਾਲ ਹਰ ਪ੍ਰੋਬਲਮ ਨੂੰ ਸੋਲਵ ਕਰਨਾ ਹੈ। ਤੇ ਲੇਡੀਜ਼ ਬਹੁਤ ਅੱਛੇ ਤਰੀਕੇ ਨਾਲ, ਮੈਂ ਤੇ ਉਹਨਾਂ ਨੂੰ ਕਹਿਣਾ ਵੀ ਚਾਹਾਂਗੀ ਕਿ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਕਿ ਉਹਨਾਂ ਨੂੰ ਅੱਗੇ ਆਉਣ ਦਾ ਮੌਕਾ ਦਿੱਤਾ ਜਾਏ। ਉਹ ਜ਼ਰੂਰ ਬਹੁਤ ਅੱਛੇ ਤਰੀਕੇ ਨਾਲ ਕੰਮ ਕਰ ਸਕਦੀਆਂ ਹੈ, ਮਤਲਬ ਉਹਨਾਂ ਨੂੰ ਫਾਇਦਾ ਦੇਣਾ ਚਾਹੀਦਾ। ਬਿਲਕੁਲ। ਲਾਸਟ ਕੁਐਸਚਨ ਇਹ ਕਹਿਣਾ ਚਾਹਾਂਗੀ ਮੈਮ ਕਿ ਜਿਵੇਂ ਸਾਡੇ NRIs ਬਾਹਰ ਵਿਦੇਸ਼ਾਂ ਵਿੱਚ ਵੀ ਰਹਿ ਰਹੇ ਆ, ਉਹਨਾਂ ਨੂੰ ਤੁਸੀਂ ਕੋਈ ਆਪਣਾ ਕੋਈ ਸੰਦੇਸ਼ ਦੇਣਾ ਚਾਹੋਗੇ, ਕੋਈ ਮੈਸੇਜ ਦੇਣਾ ਚਾਹੋਗੇ ਸਾਡੇ ਚੈਨਲ ਦੇ ਜ਼ਰੀਏ? ਜੀ ਮੈਸੇਜ ਤਾਂ ਮੈਂ ਹੁਣ ਜਿਸ ਤਰ੍ਹਾਂ ਦਾ ਤੁਸੀਂ ਮੇਰਾ ਇੰਟਰਵਿਊ ਲਿੱਤਾ ਤੁਸੀਂ ਦੇਖ ਹੀ ਲਿਆ ਕਿ ਮੈਂ ਮਤਲਬ ਥੋੜ੍ਹੀ ਜਿਹੀ ਚੀਜ਼ਾਂ ਨਾਲ ਸੈਟਿਸਫਾਈਡ ਨਹੀਂ ਹੁੰਦੀ, ਕਿਉਂਕਿ ਮੈਨੂੰ ਚੀਜ਼ਾਂ ਸਿਰਫ ਕਾਪੀ ਪੈਨ ਔਰ ਰਜਿਸਟਰਾਂ 'ਚ ਨਹੀਂ ਚਾਹੀਦੀਆਂ।
ਉਹ ਇੰਪਲੀਫਾਈ ਵੀ ਹੋਣੀਆਂ ਚਾਹੀਦੀਆਂ, ਉਹਨਾਂ ਦੇ ਇੰਪਲੀਮੈਂਟ ਵੀ ਹੋਣੇ ਚਾਹੀਦੇ ਹੈ। ਤੇ ਜਿਹੜੇ ਬਾਹਰ ਲੋਕ ਹੈ ਵੀਰ ਹੈ, ਉਹ ਅਗਰ ਉੱਥੋਂ ਦੀ ਮਤਲਬ ਸਾਡੇ ਕਲਚਰ ਨੂੰ ਦੇਖ ਰਿਹਾ ਹੈ ਔਰ ਉਹਨਾਂ ਨੂੰ ਬੜਾ ਫਖਰ ਵੀ ਮਹਿਸੂਸ ਹੁੰਦਾ ਕਿ ਇੰਡੀਆ ਦੇ ਵਿੱਚ ਅਸੀਂ ਇੰਡੀਅਨ ਹੈਗੇ ਹਾਂ ਔਰ ਅਸੀਂ ਇਸ ਟਾਈਮ ਇੰਡੀਆ ਤੋਂ ਬਾਹਰ ਹੈਗੇ ਹਾਂ, ਔਰ ਇੱਥੇ ਦੇ ਲੋਕਾਂ ਦੇ ਉੱਤੇ ਉਹ ਬਹੁਤ ਚਿੰਤਿਤ ਵੀ ਰਹਿੰਦਾ ਹੈ। ਤੇ ਮੈਂ ਉਹਨਾਂ ਨੂੰ ਇਹ ਕਹਿਣਾ ਚਾਹਾਂਗੀ ਕਿ ਤੁਸੀਂ ਫਿਕਰ ਨਾ ਕਰੋ, ਅਸੀਂ ਧੀਰੇ ਧੀਰੇ ਮਤਲਬ ਲੋਕਾਂ ਨੂੰ ਇਹ ਕੋਸ਼ਿਸ਼ ਕਰਾਂਗੇ ਕਿ ਸਾਡੀ ਕੋਸ਼ਿਸ਼ ਦੇ ਨਾਲ ਬੱਚੇ ਮਤਲਬ ਬਾਹਰ ਨਾ ਜਾ ਕੇ ਇੱਥੇ ਹੀ ਆਪਣੇ ਆਪ ਨੂੰ ਇੰਨਾ ਸક્ષਮ ਕਰ ਲੈਣ ਕਿ ਇਹ ਭਾਰਤ ਫੇਰ ਸੋਨੇ ਦੀ ਚਿੜੀਆ ਬਣ ਜਾਵੇ। ਜੀ ਸਤਿ ਸ਼੍ਰੀ ਅਕਾਲ ਮੈਮ, ਤੁਹਾਡੇ ਨਾਲ ਗੱਲ ਕਰਕੇ ਬਹੁਤ ਅੱਛਾ ਲੱਗਿਆ। ਥੈਂਕ ਯੂ ਸੋ ਮਚ।